ਆਪ ਜੀ ਨਾਲ ਜੁੜ ਕੇ ਉਸ ਪਰਮਾਤਮਾ ਦੀ ਖੇਡ ਨੂੰ ਮਹਿਸੂਸ ਹੋਣ ਲੱਗਿਆ, ਪਤਾ ਲੱਗਣ ਲੱਗਿਆ। ਸਗਨੀ ਛਾਇਆ ਮਾਰੀਆਂ ਕਰਤਾ ਕਰੇ ਸੋ ਹੋਏ। ਛਾੜਾ ਸਭ ਦੁਨੀਆ ਮਾਰਦੀ ਹੈ ਪਰ ਪਰਮੇਸ਼ਰ ਨੂੰ ਜਿਸ ਤਰ੍ਹਾਂ ਭਾਵੇ ਉਸ ਤਰ੍ਹਾਂ ਹੀ ਹੋਣਾ। ਬਸ ਹੋਣਾ ਉਹੀ ਹੈ ਜੋ ਮਾਲਕ ਨੇ ਕਰਨਾ ਹੈ। ਤੇ ਆਪਾਂ ਉਹਨੇ ਕੀਤਾ ਵਾ। ਹਾਂ ਆਪਾਂ ਸ਼ੁਰੂ ਕਰੀਏ। ਨਿੱਜਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਥਾ ਸ਼ੁਰੂ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਬੀਰ ਸਾਹਿਬ ਦੇ ਜਿਹੜੇ ਸ਼ਲੋਕ ਲੈ ਰਹੇ ਹਾਂ ਜੀ, ਉਹ 1375 ਅੰਗ ਦੇ ਉੱਤੇ ਆਪਾਂ ਨੇ ਗਿਆਨ ਸ਼ੁਰੂ ਕਰਨਾ ਹੈ। ਔਰ ਸ਼ਲੋਕ ਜਿਹੜਾ ਹੈਗਾ ਕਬੀਰ ਮਨ ਜਾਣਨਾ, ਇਹ 216ਵਾਂ ਸ਼ਲੋਕ ਲੈਣਾ ਹੈ ਆਪਾਂ ਨੇ, ਜਿਹੜਾ ਕਿ ਅਸੀਂ ਕੋਟ ਕਰਦੇ ਹੁੰਦੇ ਹਾਂ। 1376 ਅੰਗ ਆ। 216ਵਾਂ ਸ਼ਲੋਕ ਹੈਗਾ ਕਬੀਰ ਜੀ ਦਾ। ਕਬੀਰ ਮਨ ਜਾਣਨਾ ਸਭ ਬਾਤ, जानत ही अवगुण करੈ, अवगुण करੈ काहे की कुछ लात, हाथ दीप कुएं परੈ। ਇਹ ਖੇਡ ਇੰਨੀ ਸੌਖੀ ਨਹੀਂ ਹੈਗੀ। ਇਹ ਜਿਹੜੀ ਹੈਗੀ ਆ, ਇਹ ਮਾਲਕ ਨੇ ਜਿਹੜਾ ਆਪਾਂ ਨੂੰ ਮਾਇਆ ਦੇ ਵਿੱਚ ਜਿਹੜੀ ਹੈ ਇਹ ਮਾਇਆ ਰਚੀ ਹੋਈ ਆ। ਇਹ ਚਿਲ ਮਿਲ ਬਿਸਿਆਰ ਦੁਨੀਆ ਫਾਨੀ, ਕਾਹਲੂ ਵੀ ਅਕਲ ਮਨ ਗੌਰ ਨਾ ਜਾਣ ਮਾਨੀ। ਇਹ ਜਿਹੜਾ ਹੈਗਾ, ਇਹ ਸਾਰੀ ਜਿਹੜੀ ਹੈਗੀ ਮਾਲਕ ਨੇ ਜਿਹੜਾ ਹੈਗਾ, ਇਹ ਬਹੁਤ ਹੀ ਜਿਹੜੀ ਹੈਗੀ ਆ ਔਖੀ ਹੈਗੀ ਆ। ਇਹ ਘਾਟੀ ਹੈਗੀ ਆ, ਇਹ ਘਾਟੀ ਚੜ੍ਹਨੀ ਪੈਣੀ ਆ ਭਾਈ। ਇਹ ਉੱਪਰ ਦੀ ਚੜ੍ਹਾਈ ਹੈਗੀ ਆ। ਜੇ ਪਤਾ ਵੀ ਲੱਗ ਜੇ, ਗਿਆਨ ਵੀ ਹੋ ਜਾਏ ਇਨਸਾਨ ਨੂੰ, ਮਹਾਰਾਜ ਕਬੀਰ ਜੀ ਕਹਿੰਦੇ ਆ ਭਾਈ, ਜੇ ਗਿਆਨ ਦਾ ਦੀਵਾ ਹੱਥ 'ਚ ਆ ਜਾਏ ਤੇ ਫਿਰ ਵੀ ਜਿਹੜਾ ਹੈਗਾ ਮਨ ਪਤੰਦਰ ਜਿਹੜਾ ਹੈਗਾ ਵਸ 'ਚ ਨਹੀਂ ਆਉਂਦਾ। ਫਿਰ ਵੀ ਜਿਹੜਾ ਹੈਗਾ ਇਹ ਜਿਹੜਾ ਹੈਗਾ ਫਿਰ ਬਾਹਰ ਚੋਗੇ ਦੇ ਉੱਤੇ ਜਿਹੜਾ ਹੈਗਾ, ਇਹ ਜਿਹੜਾ ਹੈਗਾ ਬਾਹਰ ਜਾਂਦਾ ਹੈ। ਫਿਰ ਮਨ ਭਟਕਦਾ ਹੈ ਚਾਰ ਛਪੇਰੇ ਜਿਹੜਾ ਹੈਗਾ ਇਹ ਮਨ। ਫਿਰ ਵੀ ਜਿਹੜਾ ਹੈਗਾ ਮਾਇਆ ਜਿਹੜੀ ਹੈਗੀ ਇਹਨੂੰ ਛੱਡਦਾ ਨਹੀਂ ਹੈ। ਫਿਰ ਵੀ ਅਵਗੁਣ ਕਰਨੋਂ ਕਹਿੰਦੇ ਹਟਦਾ ਨਹੀਂ ਹੈ ਭਾਈ। ਪੂਰਾ ਗਿਆਨ ਦਾ ਦੀਵਾ ਹੱਥ ਦੇ ਵਿੱਚ, ਰਸਤਾ ਪਤਾ ਹੈ, ਤੁਰਦਾ ਹੈ ਨਹੀਂ ਉਸ ਰਸਤੇ ਦੇ ਉੱਤੇ। ਫਿਰ ਜਿਹੜਾ ਹੈ ਚੋਗੇ ਦੇ ਉੱਤੇ ਹੀ ਜਿਹੜਾ ਹੈ ਡਿੱਗਦਾ ਜਾ ਕੇ। ਕਬੀਰ ਮਨ ਜਾਣਨਾ ਸਭ ਬਾਤ, ਸਾਰਾ ਕੁਝ ਜਾਣਦਾ ਹੈ। ਜਾਣਤ ਹੀ ਅਵਗੁਣ ਕਰੇ, ਜਾਣਦੇ ਹੋਏ ਵੀ ਅਵਗੁਣ ਕਰਦਾ ਹੈ। ਕਹਿੰਦੇ ਕਾਹੇ ਕੀ ਕੁਛ ਲਾਤ, ਕਹਿੰਦੇ ਕੀ ਇਹਦੇ ਨਾਲ ਇਹਦਾ ਇਹ ਕੀ ਜਿਹੜਾ ਹੈਗਾ, ਇਹ ਜਿਹੜਾ ਹੈ ਫਾਇਦੇ ਵਾਲੀ ਗੱਲ ਹੈ ਕੋਈ? ਇਹਦੇ 'ਚ ਕੀ ਜਿਹੜਾ ਹੈਗਾ ਇਹ ਜਿਹੜਾ ਹੈਗਾ ਲਾਭ ਵਾਲੀ ਗੱਲ ਕਰ ਰਿਹਾ ਹੈ ਮਨ। ਹਾਥ ਦੀਪ ਕੂਏ ਪਰ ਹੈ, ਦੀਵਾ ਹੱਥ ਦੇ ਵਿੱਚ ਹੈ ਤੇ ਜਾ ਕੇ ਖੂਹ ਦੇ ਵਿੱਚ ਠਾਹ ਡਿੱਗਦਾ ਜਾ ਕੇ। ਹਾਂਜੀ ਵੀਰ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਗੋਲਕੀ ਸਾਹਿਬ। ਆ ਗਈ। ਫਿਰ ਨਹੀਂ ਆਈ। ਹੁਣ ਠੀਕ ਹੈ ਜੀ। ਹੁਣ ਆ ਰਹੀ। ਹਾਂਜੀ। ਹਾਂ। ਕਹਿੰਦੇ ਮਨ ਜਾਣੇ ਸਭ ਬਾਤ। ਕਹਿੰਦੇ ਮਨ ਜਿਹੜਾ ਸਭ ਜਾਣਦਾ ਹੈ। ਇਹ ਤੇ ਨਹੀਂ ਹੈ ਮਨ ਨੂੰ ਪਤਾ ਨਹੀਂ ਹੈ, ਸਭ ਪਤਾ ਹੈ ਮਨ ਨੂੰ। ਆਪਾਂ ਨੂੰ ਤਾਂ ਪਤਾ, ਐਟਲੀਸਟ ਜਿੰਨੇ ਆਪਾਂ ਹੈਗੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਬਾਕੀ ਤੇ ਛੱਡੋ, ਚਲੋ ਆਪਣਾ ਤਾਂ ਦੇਖ ਲਈਏ ਆਪਾਂ ਸੰਗਤ ਦੇ ਵਿੱਚ, ਸੰਗਤ ਨੂੰ ਤਾਂ ਪਤਾ ਹੈ ਨਾ। ਹਾਂ, ਹੁਣ ਜਿੱਦਾਂ ਆਪਾਂ ਇੱਕ ਚੀਜ਼ ਸਮਝੀਏ, ਇੱਕ ਚੀਜ਼ ਨੂੰ ਮੈਂ ਹੋਰ ਸੌਖਾ ਕਰਾਂ। ਮੇਰੇ ਕਰਤੇ ਕਾ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ। ਦੇਖੋ ਇੱਥੇ ਸ੍ਰਿਸ਼ਟੀ 'ਚ ਇੱਕ ਸਾਡੇ ਵਰਗਾ ਦੂਜਾ ਕਾਪੀ ਨਹੀਂ ਹੈਗੀ। ਹਰ ਨੂੰ ਇਹ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ ਚੀਜ਼ ਦੇ ਬਾਰੇ। ਜਿਹੜੀ ਚੀਜ਼ ਮੈਂ ਪਰਪੱਕ ਹਾਂ ਨਿੱਜਰ ਸਾਹਿਬ, ਮੈਂ
ਜੇ ਐਕਸਪੈਕਟ ਕਰਦਾ ਕਿ ਦੂਜੇ ਵੀ ਉਹਨੇ ਪਰਪੱਕ ਹੋ ਜਾਣ, ਇਟ ਇਜ਼ ਨਾਟ ਪੋਸੀਬਲ। ਬਿਲਕੁਲ ਸੰਭਵ ਨਹੀਂ ਹੈ। ਲੜਾਈਆਂ ਝਗੜੇ ਕਾਹਦੇ ਆ? ਇਸੇ ਚੀਜ਼ ਦੇ ਲੜਾਈਆਂ ਝਗੜੇ ਆ, ਕਿਉਂਕਿ ਅਸੀਂ ਲੋੜ ਤੋਂ ਜ਼ਿਆਦਾ ਉਮੀਦ ਕਰ ਲੈਂਦੇ ਹਾਂ। ਮਨ ਨੂੰ ਹੀ ਤੇ ਸਮਝਾਉਣਾ। ਉਹ ਕਹਿੰਦੇ ਮਨ ਜਾਣੇ ਸਭ, ਕਬੀਰ ਮਨ ਜਾਣੇ ਸਭ ਬਾਤ, ਜਾਣਤ ਵੀ ਅਵਗਣ ਕਰੇ। ਇਹ ਗੱਲ ਇੱਥੇ ਇਹ ਵੀ ਆਪਾਂ ਨੂੰ ਸਮਝਣ ਦੀ ਲੋੜ ਹੈ। ਦੇਖੋ ਮਾਂ ਬਾਪ ਵੀ ਜਦੋਂ ਆਪਣਾ ਬੱਚਿਆਂ ਨਾਲ ਰਿਲੇਸ਼ਨਸ਼ਿਪ ਬਣਾਉਂਦੇ, ਜੋ ਤੁਸੀਂ ਦੇਖੋ ਇੱਕ ਚੀਜ਼ ਨੂੰ ਸਮਝੋ। ਹੁਣ ਮੇਰੇ 2 ਬੱਚੇ ਆ, ਇੱਕ 12 ਸਾਲ ਦਾ, ਇੱਕ 14 ਸਾਲ ਦਾ। ਪਿਆਰ ਕਰਨਾ ਇੱਕ ਅਲੱਗ ਚੀਜ਼ ਆ। ਆਪਾਂ ਪਿਆਰ ਕਰਦੇ ਹਾਂ ਬੱਚਿਆਂ ਨੂੰ, ਪਿਆਰ ਕਰਨਾ ਬਹੁਤ ਜ਼ਰੂਰੀ ਹੈ, ਪਰ ਲਾਡ ਕਰਨਾ ਉਹ ਨਹੀਂ ਸਹੀ। ਉਹ ਬੱਚੇ ਨੂੰ ਵਿਗਾੜਦਾ। ਉਹਦੀਆਂ ਗਲਤੀਆਂ ਤੇ ਉੱਪਰ ਪਰਦੇ ਪਾਉਣੇ ਉਹ ਵੀ ਜਾਇਜ਼ ਨੇ। ਦੇਖੋ ਛੋਟਾ ਬੱਚਾ ਹੈ, ਜਦੋਂ 10-12 ਸਾਲ ਦਾ ਬੱਚਾ ਹੋ ਜਾਂਦਾ ਨਾ, ਨੈਚੁਰਲੀ ਉਹ ਥੋੜਾ ਮੈਚੁਅਰ ਹੋ ਜਾਂਦਾ, ਸਿਆਣਾ ਹੋ ਜਾਂਦਾ। ਉਹ ਗਲਤੀਆਂ ਕਰੇ, ਮਨ ਜਾਣੇ ਸਭ ਬਾਤ। ਉਹ ਇੱਕ ਇਹ ਸਾਨੂੰ ਕਿਹਾ ਗਿਆ, ਇਹ ਬੱਚੇ ਦੀ ਅਲੱਗ ਥੋੜੀ ਟਰਮੀਨੋਲੋਜੀ ਹੈਗੀ ਆ। ਬੱਚੇ ਲਈ ਅਲੱਗ ਸਿਸਟਮ ਹੈ। ਬੱਚਾ ਗਲਤੀ ਕਰਦਾ ਹੈ, ਸਿੱਖਦਾ। ਕਿਉਂਕਿ ਹੁਣ ਅਸੀਂ ਸੋਚੀਏ ਕਿ ਉਹ ਇੱਕਦਮ ਪਰਫੈਕਟ ਹੋ ਜੇ, ਸਾਡੇ ਵਾਂਗੂ ਮਿਸਟੇਕ ਨਾ ਕਰੇ, ਇਹ ਵੀ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਬੱਚਾ ਹੈ, ਉਹ ਸੰਸਾਰ ਤੇ ਆਇਆ। ਔਰ ਪਲੱਸ ਅਸੀਂ ਜਦੋਂ ਸੋਚਦੇ ਹਾਂ ਕਿ ਉਹ ਸਾਡੇ ਵਾਂਗੂ ਐਕਟ ਕਰੇ ਜਿੱਦਾਂ ਅਸੀਂ ਕੀਤਾ ਸੀ ਅੱਜ ਤੋਂ 40 ਸਾਲ ਪਹਿਲਾਂ, ਤੇ ਨਿੱਜਰ ਸਾਹਿਬ ਇਹ ਵੀ ਪੋਸੀਬਲ ਨਹੀਂ ਹੈਗਾ। ਆਪਾਂ ਏਦਾਂ ਕਰਦੇ ਹੈਗੇ ਆ। ਆਪਾਂ ਕਹਿੰਦੇ ਕਿ ਅਸੀਂ ਤੇ ਏਦਾਂ ਕਰਦੇ ਸਾਂ ਤੇ ਤੁਸੀਂ, ਪਰ ਉਹ ਨਿੱਜਰ ਸਾਹਿਬ ਸਮਾਂ ਤੇ ਬੜਾ ਲੰਘ ਗਿਆ ਨਾ। ਕਿਉਂਕਿ ਉਹ ਸਮਾਂ ਅੱਜ ਤੋਂ 25-30-40 ਸਾਲ ਪਹਿਲਾਂ ਹੋਰ ਸਮਾਂ ਸੀ। ਹੁਣ ਦਾ ਯੁੱਗ ਵੇਖੋ ਕਿੰਨਾ ਐਡਵਾਂਸ ਯੁੱਗ। ਉਹ ਬੱਚੇ ਵੀ ਹੋਰ ਤਰ੍ਹਾਂ ਦੇ ਬੱਚੇ ਨੇ, ਜ਼ਿਆਦਾ ਐਡਵਾਂਸ ਬੱਚੇ ਨੇ, ਔਰ ਇਹਨਾਂ ਦੇ ਸਿੱਖਣ ਦੇ ਤਰੀਕੇ ਵੀ ਅਲੱਗ ਹੋਣਗੇ। ਸਾਡੇ ਵਰਗੇ ਬਿਲਕੁਲ ਨਹੀਂ ਹੋਣਗੇ। ਜਿੰਨਾ ਅਸੀਂ 10ਵੀਂ 'ਚ ਪੜ੍ਹਨਾ ਸੀ, ਉਹਨਾਂ ਨੇ 5ਵੀਂ 'ਚ ਉਨੀ ਪੜ੍ਹਾਈ ਕਰ ਜਾਣੀ ਹੈ। ਸਮਾਂ ਏਦਾਂ ਦਾ ਹੈਗਾ। ਹੁਣ ਇੱਥੇ ਇੱਕ ਚੀਜ਼ ਨੂੰ ਸਮਝੀਏ। ਮੈਂ ਵੈਸੇ ਟੌਪਿਕ ਕੀਤਾ ਪੇਰੈਂਟਸ ਦੇ ਬਾਰੇ ਗੱਲ ਕਰਦਾ, ਮਾਂ ਬਾਪ ਕਿੱਦਾਂ ਬੱਚੇ ਨੂੰ ਵੱਡਾ ਕਰਦੇ ਆ। ਤੇ ਇਹ ਵੀ ਜ਼ਿੰਦਗੀ ਦਾ ਨਾ ਬੜਾ ਵੱਡਾ ਤੁਹਾਡਾ ਇੱਕ ਮਸਲਾ ਹੈ। ਜੇਕਰ ਤੁਸੀਂ ਬੱਚੇ ਨੂੰ ਚੰਗੇ ਤਰੀਕੇ ਨਾਲ ਗਰੋ ਨਹੀਂ ਨਾ ਕੀਤਾ, ਫਿਰ ਬੱਚੇ ਦੇ ਨਾਲ ਕੀ ਹੁੰਦਾ ਕਿ ਬੱਚੇ ਤੁਹਾਡੇ ਨਾਲ ਰਹਿਣਗੇ ਜ਼ਰੂਰ। ਤੁਸੀਂ ਪ੍ਰੈਸ਼ਰ ਪਾਇਆ ਸੀ ਉਹਨਾਂ ਤੇ, ਉਹ ਵਿਚਾਰੇ ਕਹਿਣਾ ਗੁਣਾ ਮੰਨਦੇ ਰਹੇ, ਪਰ ਤੁਹਾਡਾ ਰਿਸ਼ਤਾ ਖਤਮ ਹੋ ਜਾਣਾ। ਉਹ ਰਿਸ਼ਤੇ 'ਚ ਮਿਠਾਸ ਨਹੀਂ। ਬੱਚਾ, ਮੈਂ ਚਾਹੁੰਦਾ ਕਿ ਤੁਸੀਂ ਘਰੇ ਆਓ, ਤੁਹਾਡੇ ਬੱਚੇ ਤੁਹਾਡੇ ਲਾਗੇ ਆ ਕੇ ਬਹਿਣ। ਨਿੱਜਰ ਸਾਹਿਬ ਬਿਲਕੁਲ ਗਲਤ ਕਹਿ ਰਿਹਾ, ਸਹੀ ਕਹਿ ਰਿਹਾ? ਨਾ ਠੀਕ ਹੈ ਜੀ। ਹਾਂ ਪਲੀਜ਼, ਇਹ ਕਥਾ ਹੀ ਨਾਲ ਜੁੜਦੀ ਹੈ। ਇਹ ਕਥਾ, ਜੋ ਵੀ ਕਥਾ ਪੜੋਗੇ ਸਰ, ਕੇਵਲ ਸਾਨੂੰ ਡਿਵੈਲਪ ਹੀ ਕਰਨਾ ਚਾਹੁੰਦੀ ਆ, ਹੋਰ ਕੁਝ ਵੀ ਨਹੀਂ ਕਰਨਾ ਚਾਹੁੰਦੀ। ਸਹੀ ਜੀਵਨ ਚਾਹੁੰਦੀ ਹੈ। ਹਾਂ, ਸਹੀ ਜੀਵਨ। ਹਾਂ, ਜੀਵਨ ਬਾਰੇ ਗੱਲ ਹੋ ਰਹੀ ਹੈ। ਬਿਲਕੁਲ ਬਿਲਕੁਲ ਸਹੀ ਜੀਵਨ ਦੀ ਸੇਧ ਦਿੰਦੀ ਹੈ। ਹਾਂ, ਹੁਣ ਬੱਚਾ ਤੁਹਾਡੇ ਨਾਲ ਰਿਲੇਸ਼ਨ ਨਹੀਂ ਆ, ਤੁਸੀਂ ਡੈਮੇਜ ਕਰਤੀ ਆ, ਉਹ ਵਿਚਾਰਾ ਤੁਹਾਨੂੰ ਵੇਖ ਕੇ 9 ਤੋਂ 11 ਹੋ ਜਾਂਦਾ। ਫਿਰ ਉਹਨੂੰ ਤੁਸੀਂ ਸੰਸਕਾਰ ਕਿੱਥੋਂ ਦਓਗੇ? ਅੱਗੇ ਸੰਸਕਾਰ ਤੇ ਦੇਖੋ ਹੁਣ ਢੇਰ ਵੇਖੀ ਦਾ ਨਹੀਂ। ਆਪਾਂ ਕਹਿੰਦੇ ਨਹੀਂ ਉਹ ਯਾਰ ਇਹ ਨਹੀਂ ਕਿਸੇ ਦਾ ਕਹਿਣਾ ਮੰਨਦਾ, ਏਦਾਂ ਕਰੋ ਤੇ ਮਾਮੇ ਨੂੰ ਫੋਨ ਕਰੋ, ਉਹਦਾ ਕਹਿਣਾ ਮੰਨਦਾ ਜੀ। ਇਹਦਾ ਮਤਲਬ ਕਿ ਮਾਮੇ ਨੇ ਉਹਦੇ ਨਾਲ ਕੋਈ ਰਿਸ਼ਤਾ ਬਣਾ ਕੇ ਰੱਖਿਆ, ਅਸੀਂ ਉਹ ਰਿਸ਼ਤਾ ਤੋੜ ਲਿਆ, ਇਸ ਕਰਕੇ ਉਹ ਸਾਡੀ ਗੱਲ ਨੂੰ ਰਿਫਿਊਜ਼ ਕਰ ਦਿੰਦਾ, ਸਾਡੀ ਗੱਲ ਨਹੀਂ ਮੰਨਦਾ ਉਹ। ਇਸੇ ਤਰ੍ਹਾਂ ਔਰਤਾਂ, ਮਰਦ, ਬੱਚੇ, ਮਾਂ ਬਾਪ, ਇਹ ਸਾਰੀ ਜ਼ਿੰਦਗੀ ਦੇ ਆਪਣੇ ਰਿਸ਼ਤੇ ਨੇ। ਜਦੋਂ ਉਸ ਰਿਸ਼ਤੇ ਦੀ ਆਪਾਂ ਵੈਲਿਊ ਨਹੀਂ ਕਰਦੇ, ਹੌਲੀ ਹੌਲੀ ਕਰਕੇ ਤੁਹਾਡਾ ਰਿਸ਼ਤਾ ਟੁੱਟ ਜਾਂਦਾ ਹੈ ਉਹਦੇ ਨਾਲ। ਉਸ ਇਨਸਾਨ ਨਾਲ ਰਹਿੰਦਾ ਤੁਹਾਡੇ ਨਾਲ ਹੀ ਆ, ਰਹੂਗਾ ਤੁਹਾਡੇ ਨਾਲ ਹੀ ਵਿਚਾਰਾ, ਪਰ ਰਿਸ਼ਤਾ ਨਹੀਂ ਹੈਗਾ ਉੱਥੇ। ਰਿਸ਼ਤਾ ਇੱਕ ਉਹਨੂੰ ਤੁਸੀਂ ਅਟੈਂਸ਼ਨ ਦੇ ਕੇ ਪਿਆਰ ਦੇ ਨਾਲ ਉਹਨੂੰ ਸਿੰਚੋ। ਜਿੱਦਾਂ ਰੁੱਖ ਨੂੰ ਦੇਖੋ, ਤੁਸੀਂ ਇਹ ਥੋੜੀ ਇੱਕਰੀ ਲਾਤਾ ਰੁੱਖ ਤੇ ਮੁੜ ਕੇ ਭੁੱਲ ਜਾਓ। ਉਹਦੀ ਕੇਅਰ ਕਰਨੀ ਪੈਣੀ ਹੈ ਤੁਹਾਨੂੰ, ਖਾਸ ਕਰਕੇ ਜਿਹੜੇ ਮਹਿੰਗੇ ਪਲਾਂਟ ਹੁੰਦੇ ਨੇ। ਜੈਸਾ ਬਿਲਕੁਲ ਜੜੀ ਬੂਟੀ ਨੂੰ ਕੀ ਪ੍ਰੋਬਲਮ ਹੁੰਦੀ? ਹਾਂ, ਮਹਿੰਗੇ ਪਲਾਂਟ ਹੈਗੇ ਆ ਜਿਹਨੂੰ ਫਲ ਲੱਗਣਾ ਹੈ ਭਾਈ, ਤੁਹਾਨੂੰ ਖਾਦਾਂ ਖੁੱਦਾਂ ਪਾਉਣੀਆਂ ਪੈਣੀਆਂ ਹੈ, ਜਾਨਵਰਾਂ ਤੋਂ ਬਚਾਉਣਾ ਪੈਣਾ ਇਹਨੂੰ, ਡੈਮੇਜ ਕਰਨੀ ਹੁੰਦੀ। ਇਸੇ ਤਰ੍ਹਾਂ ਰਿਸ਼ਤਿਆਂ ਨੂੰ ਸਾਂਭਿਆ ਕਰੋ, ਰਿਸ਼ਤਿਆਂ ਦੀ ਕਦਰ ਕਰੋ, ਔਰ ਛੋਟੇ ਬੱਚੇ ਨੇ ਉਹਨਾਂ ਨੂੰ ਸਿੱਖਣ ਦਿਓ।
ਔਰ ਪਿਆਰ ਕਰੋ, ਉਹਨਾਂ ਨੂੰ ਲਾਡ ਨਾ ਕਰੋ। ਲਾਡ ਦਾ ਮਤਲਬ ਕਿ ਉਹਨਾਂ 'ਚ ਗਲਤ ਆਦਤਾਂ ਪੈਣ ਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਪਿਆਰ ਨਾਲ ਸਮਝਾਓ। ਜ਼ਬਰਦਸਤੀ ਨਾ ਕਰੋ ਨਾ। ਉਹ ਜ਼ਬਰਦਸਤੀ ਕਰੋਗੇ ਉਹ ਸਮਝ ਲਓ ਕਿ ਉਹ ਪ੍ਰੈਸ਼ਰ ਕੁੱਕਰ ਪ੍ਰੈਸ਼ਰ ਵਾਲਾ ਹਿਸਾਬ ਹੈ, ਅੰਦਰ ਸਾਰੀ ਗੈਸ ਇਕੱਠੀ ਹੋਈ ਨਹੀਂ। ਇੱਕ ਨਾ ਖਾਸ ਚੀਜ਼ ਇਹ ਹੈਗੀ ਆ ਗੋਰਖੀ ਸਾਹਿਬ ਕਿ ਜਿਹੜੀ ਚੀਜ਼ ਜਿਹੜੀ ਆ, ਜੇ ਤੁਸੀਂ ਚਾਹੁੰਦੇ ਹੋ ਕਿ ਸਾਹਮਣੇ ਵਾਲਾ 'ਚ ਆ ਜੇ ਉਹ ਚੀਜ਼, ਤੇ ਉਹ ਚੀਜ਼ ਤੇ ਧਾਰਨੀ ਪਹਿਲਾਂ ਆਪ ਹੋਣਾ ਚਾਹੀਦਾ ਆਪਾਂ ਨੂੰ। ਬਸ ਇੰਨੀ ਮੇਰੀ ਬੇਨਤੀ ਹੈ। ਉਹ ਵੀ ਹੁਣ ਇਹ ਬੜੀ ਵੱਡੀ ਪ੍ਰੋਬਲਮ ਹੈ। ਆਪਾਂ ਘਰਾਂ ਦੇ ਵਿੱਚ ਰਹਿੰਦੇ ਹਾਂ ਨਾ, ਤੇ ਆਪਣੇ ਰਿਸ਼ਤੇ ਬਹੁਤ ਕਮਜ਼ੋਰ ਹੋ ਰਹੇ ਨੇ, ਕਿਉਂਕਿ ਉਹ ਕਰੈਕਟਰ ਪਲੇ ਕਰਨ 'ਚ ਕੁਛ ਤੇ ਗੜਬੜ ਹੋ ਰਹੀ ਹੈ। ਜਿੱਥੇ ਆਪਾਂ ਭੱਜੇ ਫਿਰਦੇ ਹਾਂ, ਬੱਚਿਆਂ ਨੂੰ ਪੈਸਾ ਕਮਾ ਕੇ ਦੇਤਾ, ਬੱਚਿਆਂ ਨੂੰ ਘਰ ਬਣਾ ਕੇ ਦੇ ਦਿੱਤੇ, ਬੱਚਿਆਂ ਨੂੰ ਵਧੀਆ ਨੌਕਰੀਆਂ ਤੇ ਭੇਜਤਾ, ਬੱਚੇ ਅਫਸਰ ਬਣ ਗਏ, ਪਰ ਉਹਨੂੰ ਆਪਾਂ ਸਿਖਾਇਆ ਹੀ ਨਹੀਂ ਜ਼ਿੰਦਗੀ 'ਚ ਕਿ ਪੁੱਤ ਤੂੰ ਇੱਕ ਸਾਫ਼ ਸੁਥਰਾ ਜੀਵਨ ਬਤੀਤ ਕਰਨਾ ਹੈ। ਹੁਣ ਸਾਫ਼ ਸੁਥਰਾ ਜੀਵਨ, ਮੇਰੀਆਂ ਗੱਲਾਂ ਤੇ ਯਕੀਨ ਮੰਨਣਾ ਨਹੀਂ ਹੋਣਾ, ਉਹੋ ਜਿਹਾ ਜੀਵਨ ਮੈਨੂੰ ਵੀ ਬਤੀਤ ਕਰਨਾ ਪਊਗਾ। ਕਿਉਂਕਿ ਜਿਹੜੇ ਬੱਚੇ ਦੇ ਜੀਵਨ 'ਚ ਧਰਮ ਨਹੀਂ ਹੈਗਾ, ਜਿਹੜੇ ਬੱਚੇ ਨੂੰ ਸਹੀ ਤੇ ਗਲਤ ਦਾ ਫਰਕ ਨਹੀਂ ਪਤਾ, ਜਿਹੜੇ ਬੱਚੇ ਨੂੰ ਇਹ ਸਿਖਾਇਆ ਗਿਆ ਕਿ ਤੂੰ ਇਕੱਲਾ ਪੈਸਾ ਹੀ ਕਮਾਉਣਾ ਹੈ ਔਰ ਤੂੰ ਦਇਆ ਵੀ ਕਰਨੀ ਹੈ, ਤੂੰ ਮਾਫ਼ ਕਰਨਾ ਹੈ, ਕਿਉਂਕਿ ਇਹ ਗੁਣ ਨੇ ਤੁਹਾਡੇ। ਔਰ ਜਦੋਂ ਤੁਸੀਂ ਮਾਫ਼ ਕਰੋਗੇ ਬੱਚੇ ਤੁਹਾਨੂੰ ਵਹਿੰਦੇ। ਇੱਕ ਗੱਲ ਹੋ ਰਿਹਾ ਗੋਰਖੀ ਸਾਹਿਬ, ਸੌਰੀ ਮੈਂ ਵਿੱਚ ਹੀ ਬੋਲ ਗਿਆ, ਉਹ ਨਾ ਜੇ ਆਪਣਾ ਹੀ ਬਲਬ ਫਿਊਜ਼ ਹੈ ਤੇ ਆਪਾਂ ਦੂਜੇ ਨੂੰ ਕਿਵੇਂ ਜਗਾ ਸਕਦੇ ਹਾਂ? ਨਹੀਂ ਚਲੋ ਕੋਈ ਗੱਲ ਨਹੀਂ, ਫਿਊਜ਼ ਤੇ ਹੋਈ ਜਾਣਾ, ਹੁਣ ਪ੍ਰਪੇਅਰ ਕਰ ਹੀ ਦੇਣਾ ਮਾੜਾ ਮੋਟਾ। ਬਸ ਇਹ ਵੀ ਥੋੜਾ ਜਿਹਾ ਗਿਆਨ ਹੈ, ਥੋੜਾ ਬਹੁਤਾ ਕੋਈ ਮੈਨੂੰ ਪੁਆਇੰਟ ਮਿਲਦੇ ਆ ਤੇ ਮੈਂ ਤੁਹਾਡੇ ਨਾਲ ਸਾਂਝੇ ਕਰਦਾ, ਜਿਹਦੇ ਨਾਲ ਤੁਹਾਡਾ ਭਲਾ ਹੋ ਜਾਊਗਾ, ਸੋਹਣਾ ਜੀਵਨ ਬਤੀਤ। ਕਿਉਂਕਿ ਜ਼ਿਆਦਾ ਲੋਕ ਮੈਂ ਵੇਖਦਾ ਨਾ, ਉਹਨਾਂ ਨੇ ਬਹੁਤ ਲਾਈਫ ਨੂੰ ਇੱਧਰ ਉੱਧਰ ਘੁਮਾਤਾ ਤੇ ਮੁੜ ਕੇ ਲਾਈਫ ਬੜੀ ਬੋਰ ਹੋ ਜਾਂਦੀ ਹੈ। ਇਹ ਵੀ ਇੱਕ ਧਰਮ ਦਾ ਇੱਕ ਬੜਾ ਵੱਡਾ ਸਮਝ ਲਓ ਕਿ ਮੇਨ ਪਹਿਲੂ ਆ। ਸੋ ਇੱਥੇ ਆਪਾਂ ਇਹ ਵਿਚਾਰ ਕੀਤੀ ਹੈ, ਠੀਕ ਹੈ ਜੀ। ਆਪਾਂ ਫਿਰ ਕਥਾ ਤੇ ਵਾਪਸ ਆ ਜਾਂਦੇ ਹਾਂ। ਤੇ ਵੈਸੇ 4-5 ਗੱਲਾਂ ਵੀ ਤੁਸੀਂ ਫੜ ਲਈਆਂ ਨਾ, ਤੇ ਤੁਹਾਡਾ ਜੀਵਨ ਸੌਰ ਜਾਏਗਾ, ਠੀਕ ਹੈ। ਆਪਾਂ ਫਿਰ ਗੱਲ ਕਰਦੇ ਹਾਂ। ਕਬੀਰ ਸਾਹਿਬ ਕਹਿੰਦੇ ਕਿ ਕਬੀਰ ਮਨ ਜਾਣੇ ਸਭ ਬਾਤ, जानत ही अवगन करे, काहे की कुशलात, हाथ दीप कुएं पर है। ਇੱਕ ਤੇ ਕਹਿੰਦੇ ਨਾ ਪਤਾ ਹੋਵੇ, ਬੱਚੇ ਨੂੰ ਤੇ ਨਹੀਂ ਪਤਾ, ਚਲੋ ਉਹ ਤੇ ਜਰਾ ਗਲਤੀ ਕਰ ਲੇ, ਉਹ ਤੇ ਸਿੱਖ ਲੇ, ਉਹ ਕਹਿੰਦੇ ਇਹਨੂੰ ਪਤਾ ਵਾ। ਚੋਰ ਚੋਰੀ ਕਰਦਾ ਹੈ ਨਾ, ਉਹਨੂੰ ਸਭ ਪਤਾ ਹੈ ਕਿ ਉੱਥੇ ਕੌਣ ਖਲੋਤਾ ਹੈ, ਬੱਤੀ ਜਾਗਦੀ ਕਿ ਨਹੀਂ ਜਾਗਦੀ, ਕਿੰਨੇ ਵਜੇ ਲੋਕ ਸੁੱਤੇ ਨੇ, ਕਿਹੜਾ ਬੂਹਾ ਵਾ, ਸਭ ਨੂੰ ਸਭ ਪਤਾ ਹੈ। ਬਿਲਕੁਲ ਪਤਾ ਹੈ ਗੋਰਖੀ ਸਾਹਿਬ, ਬਿਲਕੁਲ ਪਤਾ ਹੈ। ਬੰਦਾ ਜਿਹੜਾ ਹੈਗਾ, ਮਹਾਰਾਜ ਦੀ ਬਾਣੀ ਤਾਂ ਕਹਿੰਦੇ ਖੂਹ 'ਚ ਡਿੱਗਿਆ ਪਿਆ ਆ ਔਰ ਲੱਤ ਤੇ ਲੱਤ ਰੱਖ ਕੇ ਮਿਠਾਈ ਖਾ ਰਿਹਾ ਆ, ਇਹ ਸਵਾਦ ਖਾ ਰਿਹਾ ਹੈ। ਨਿਕਲਣ ਨੂੰ ਗੁਰੂ ਦੀ ਬਾਣੀ ਨਿਕਲਣ ਨੂੰ ਕਹਿ ਰਹੀ ਆ, ਉਹਨੂੰ ਉਹਦੇ ਕੋਈ ਅਸਰ ਨਹੀਂ ਹੈਗਾ। ਬਸ ਆਹ ਹਾਲਤ ਆ। ਉਹ ਬੰਦਾ ਨਹੀਂ ਮੰਨਦਾ। ਠੀਕ ਹੈ ਜੀ, ਬਿਲਕੁਲ ਸਹੀ ਹੈ ਜੀ। ਹੁਣ ਅਗਲੀ ਤੁਕ ਤੇ ਆਈਏ ਨੇ ਜੱਸਾ। ਹਾਂਜੀ। कबीर मन जाने सब बात, जानत ही अवगन करे, काहे की कुशलात, हाथ दीप कुएं पर है। कबीर लागी प्रीत सुजान स्यों, बरजै लोग अजान। ਕਹਿੰਦੇ ਉਸ ਮਾਲਕ ਪਰਮਾਤਮਾ ਦੇ ਨਾਲ ਪਿਆਰ ਜਿਹੜਾ ਹੈਗਾ, ਉਸ ਸੁਜਾਨ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ ਪਿਆਰ ਜਿਹੜਾ ਹੈਗਾ ਲੱਗਣ ਹੀ ਨਹੀਂ ਦਿੰਦਾ। ਜਿਹੜਾ ਹੈਗਾ ਇਹ ਮਨ ਪਤੰਦਰ ਜਿਹੜਾ ਹੈਗਾ, ਕਿਉਂਕਿ ਅਜਾਣਾ ਹੈਗਾ ਇਹ। ਲੋਕੀ ਜਿਹੜੇ ਮਨ ਦੇ ਪਿੱਛੇ ਲੱਗ ਜਾਂਦੇ ਆ। ਮਨ ਹੈਗਾ ਨਿਆਣਾ ਹੈਗਾ, ਬਸ ਮਨ ਜਿਹੜਾ ਹੈਗਾ ਅਜਾਣ ਹੈਗਾ, ਇਹਨੂੰ ਪਤਾ ਹੀ ਨਹੀਂ ਹੈ ਕੁਛ। ਇਹਨੇ ਤਾਂ ਵਰਜਣਾ ਹੀ ਹੈ, ਇਹਨੇ ਤਾਂ ਰੱਬ ਦੇ ਰਸਤੇ ਤੇ ਜਾਣ ਹੀ ਨਹੀਂ ਦੇਣਾ ਇਸ ਪਤੰਦਰ ਨੇ। ਲਾਗੀ ਪ੍ਰੀਤ ਸੁਜਾਨ ਸਿਓ, ਵਰਜੈ ਲੋਕ ਅਜਾਨ, ਤਾਸਿਓ ਟੂਟੀ ਕਿਉਂ ਬਣੇ, ਜਾ ਕੇ ਜੀ ਪ੍ਰਾਣ। ਹੁਣ ਦੱਸੋ ਭਾਈ, ਜਿਸ ਮਾਲਕ ਪਰਮਾਤਮਾ ਨੇ ਜੀਓ ਦਿੱਤਾ ਆ ਔਰ ਇਹ ਪ੍ਰਾਣ ਜਿਹਦੇ ਹੈਗੇ ਆ ਮਾਲਕ ਪਰਮਾਤਮਾ ਦੇ, ਸਾਰੀ ਖੇਡ ਜਿਹੜੀ ਹੈ, ਸਾਰੀ ਸ੍ਰਿਸ਼ਟੀ ਜਿਹਨੇ ਬਣਾਈ ਹੋਈ ਆ, ਉਸ ਮਾਲਕ ਤੋਂ ਟੁੱਟ ਕੇ ਜਿਹੜਾ ਹੈਗਾ, ਕਿਸ ਤਰੀਕੇ ਦੇ ਨਾਲ ਜੀਵਨ ਜਿਹੜਾ ਹੈਗਾ ਸੌਖਾ ਹੋ ਸਕਦਾ ਹੈ ਭਾਈ? ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਬਰਜੇ ਲੋਕ ਅਜਾਨ।
ਅਜਾਨ ਲੋਕੀ ਜਿਹੜੇ ਹੈਗੇ ਉਹ ਜਿਹੜੇ ਹੈਗੇ ਆ ਉਹ ਮਾਇਆ ਦੇ ਨਾਲ ਹੀ ਲਾਈ ਰੱਖਦੇ ਆ ਪ੍ਰੀਤ। ਰੱਬ ਵਾਲੇ ਪਾਸੇ ਤੋਂ ਆਪਣੇ ਆਪ ਨੂੰ ਉਸ ਪਾਸੇ ਚੱਲਣ ਹੀ ਨਹੀਂ ਦਿੰਦੇ, ਵਰਜ ਕੇ ਰੱਖਦੇ ਆ, ਬਿਲਕੁਲ ਨਹੀਂ ਜਾਣ ਦੇਣਾ ਉਹਨਾਂ ਨੇ। ਹਾਂਜੀ ਵੀਰ ਜੀ। ਹਾਂ, ਉਹ ਬਿਲਕੁਲ ਨਹੀਂ, ਉਹ ਤਾਂ ਜਾਣਾ ਨਹੀਂ ਚਾਹੁੰਦੇ। ਹਾਂ, ਬਿਲਕੁਲ ਉੱਥੇ ਲੱਗੇ ਨਹੀਂ। ਦੇਖੋ ਇੰਨੀ ਮਾਇਆ ਦਾ ਪ੍ਰਤਾਪ ਹੈ। ਮਾਇਆ ਕੋਈ ਮਾਮੂਲੀ ਚੀਜ਼ ਨਹੀਂ ਆ। ਬੜੇ ਬੜੇ ਵੱਡੇ ਰਿਸ਼ੀ ਮੁਨੀ ਆ, ਆਖਰ ਤੇ ਜਾ ਕੇ ਵੀ ਡੋਲ ਜਾਂਦੇ। ਮਾਇਆ ਕਾਫੀ ਪਾਵਰਫੁਲ ਹੈ। ਇਸ ਕਰਕੇ ਮਾਇਆ ਦੇ ਆਪਾਂ ਅਗੇਂਸਟ ਨਹੀਂ ਹੋਣਾ, ਆਪਾਂ ਇਹਦੇ ਨਾਲ ਰਹਿਣਾ ਵਾ। ਇਹਦੇ ਪੈਂਤੜੇ ਸਮਝਣੇ ਨੇ। ਜਿੱਦਾਂ ਆਪਣਾ ਘਰਾਂ 'ਚ ਲੜਾਈ ਕਰਦੇ ਆ ਨਾ, ਇੱਕ ਦੂਜੇ ਨਾਲ ਲੜ ਪੈਂਦੇ ਆ, ਤੇ ਕਈ ਬੰਦੇ ਸਾਰੀ ਜ਼ਿੰਦਗੀ ਲੜਦੇ ਰਹਿੰਦੇ ਆ। ਕਈ ਬੰਦੇ ਸਾਲ ਡੇਢ ਸਾਲ ਚ ਨਾ, ਬੜੇ ਜਿਹੜੇ ਸਿਆਣੇ ਲੋਕ ਹੁੰਦੇ ਨਾ, ਜਿਹੜੇ 2-2.5 ਸਾਲ 4-5 ਸਾਲ ਚ ਐਡਜਸਟ ਕਰ ਜਾਂਦੇ ਆ, ਸਮਝ ਜਾਂਦੇ ਆ, ਦੂਜੇ ਦੇ ਸੁਭਾਅ ਨੂੰ ਸਮਝ ਜਾਂਦੇ ਆ ਕਿ ਕਿਹੜੀ ਗੱਲ ਤੋਂ ਲੜਾਈ ਹੁੰਦੀ ਆ, ਕਿਹੜੀ ਗੱਲ ਤੋਂ ਇਹ ਖੁਸ਼ ਹੁੰਦਾ। ਜੇ ਬੰਦੇ ਨੂੰ ਇੰਨੀ ਅਕਲ ਨਹੀਂ ਆਈ ਤਾਂ ਬੰਦਾ ਕਾਹਦਾ। ਸਹੀ ਹੈ ਨਾ ਜੱਸਾ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਬਸ ਇਹ ਅਜਾਣ ਆ ਨਾ, ਆਣਾ। ਮੈਂ ਕਿਹਾ ਇਹ ਆਣਾ ਗਿਆਨ ਹੈ ਨੀ ਗਾ, ਗਿਆਨ ਆ ਜਾਏ ਨਾ ਤੇ ਗੱਲ ਬਣ ਜਾਏ। ਇਹ ਪਤਾ ਕੀ ਹੁੰਦਾ, ਵੇਖੋ ਇਹ ਬੜਾ ਨੁਕਤਾ ਹੈ। ਚਲੋ ਆਪਾਂ ਸਾਰੇ ਸਿਆਣੇ ਬਣੇ ਨੰਗੇ ਦੇ ਰਸਤੇ ਚ ਹੈਗੇ ਆ। ਕਈ ਲੋਕ ਸਾਰੀ ਉਮਰ ਹੀ ਡੱਬਾ ਵਜਾਈ ਜਾਂਦੇ ਆ, ਤੇ ਕਈ ਬੰਦੇ ਜਿਹੜੇ ਥੋੜੇ ਜਿਹੇ ਚਲਾਕ ਹੁੰਦੇ, ਚੁਸਤ ਹੁੰਦੇ ਆ, ਉਹ ਵੇਖ ਲੈਂਦੇ ਨੇ ਕਿ ਕਿਹੜੇ ਗੱਲ ਕਰਕੇ ਥੋੜਾ ਜਿਹਾ ਰੌਲਾ ਪੈ ਜਾਂਦਾ। ਤੇ ਸਿਆਣਾ ਬੰਦਾ ਕੀ ਕਰਦਾ, ਉਹਨੂੰ ਕਰਦਾ ਤੇ ਹੈ, ਪਰ ਉਸ ਤਰੀਕੇ ਨਾਲ ਨਹੀਂ ਕਰਦਾ ਕਿ ਅਗਲੇ ਨੂੰ ਗੱਲ ਚੁੱਭੇ। ਤੇ ਫਿਰ ਉਹਦੇ ਨਾਲ ਕੀ ਹੁੰਦਾ ਕਿ ਥੋੜਾ ਸ਼ਾਂਤੀ ਨਾਲ ਜੀਵਨ ਲੰਘ ਜਾਂਦਾ। ਔਰ ਕਈ ਬੰਦੇ ਹੁੰਦੇ ਸਾਰੀ ਜ਼ਿੰਦਗੀ ਮੈਂ ਵੇਖਿਆ ਵਿਚਾਰੇ ਲੜਦੇ ਹੀ ਰਹਿੰਦੇ। ਉਹ ਬਾਰ-ਬਾਰ ਉਸੇ ਗੱਲ ਤੇ ਲੜਾਈ, ਪਤਾ ਹੈਗਾ ਕਿ ਉੱਥੇ ਕੁੰਡੀਆਂ ਦੇ ਸਿੰਘ ਫਸਣੇ ਆ, ਫਿਰ ਜਾ ਕੇ ਉੱਥੇ ਸਿੰਘ ਫਸਾਉਣੇ। ਤੇ ਫਿਰ ਉਹ ਬੰਦੇ 80-90 ਸਾਲ ਦੇ ਵੀ ਹੋਣਗੇ, ਲੜਨਗੇ, ਲੜਾਈ ਨਹੀਂ ਖਤਮ ਹੋ ਸਕਦੀ। ਬਹੁਤ ਮੁਸ਼ਕਲ ਹੈ। ਠੀਕ ਹੈ ਜੀ। ਇੱਕ ਬੰਦਾ ਉਹ ਵੀ ਲੜਦਾ ਜਿਹੜਾ ਰੱਬ ਤੋਂ ਟੁੱਟ ਜਾਂਦਾ, ਬਹੁਤ ਲੜਦਾ ਉਹ। ਜਦੋਂ ਆਪਾਂ ਪ੍ਰਮਾਤਮਾ ਦੇ ਕਰੀਬ ਰਹਿੰਦੇ ਹਾਂ, ਕਹਿਣ ਤੋਂ ਭਾਵ ਜਦੋਂ ਤੁਹਾਡਾ ਆਤਮਾ ਨਾਲ ਸੰਪਰਕ ਹੋ ਜਾਂਦਾ ਹੈ ਨਾ, ਤੁਸੀਂ ਬੜੇ ਵਿਸ਼ਾਲ ਹਿਰਦੇ ਦੇ ਮਾਲਕ ਹੋ ਜਾਂਦੇ। ਤੁਹਾਡੇ ਨਾਲ ਲੜਨਾ ਬੜਾ ਔਖਾ ਹੈ, ਬਹੁਤ ਔਖਾ ਹੈ। ਦੇਖਿਆ ਨੀ ਮਹਾਤਮਾ ਬੁੱਧ ਤੇ ਮੂੰਹ ਤੇ ਥੁੱਕਦਾ ਹੀ ਕਿਸੇ ਨੇ, ਕੁਛ ਨਹੀਂ ਕਿਹਾ, ਥੁੱਕ ਪੂੰਝ ਲਿਆ। ਆਪ ਜਸਟ ਦੇਖੋ ਕੋਈ ਬੰਦਾ ਕਿੱਥੇ ਬੈਠਾ ਹੋ, ਮਹਾਤਮਾ ਬੁੱਧ। ਨਾਲੇ ਸਾਡੇ ਮੂੰਹ ਤੇ ਕੋਈ ਥੁੱਕ ਦੇ, ਕੋਈ ਏਦਾਂ ਕਹਿ ਵੀ ਦੇ ਕਿ ਤੇਰੇ ਮੂੰਹ ਤੇ ਮੈਂ ਥੁੱਕ ਦੇਣਾ, ਤੇ ਅਸੀਂ ਲਾਲ ਪੀਲੇ ਹੋ ਜਾਣਾ। ਉਹਦੇ ਮੂੰਹ ਤੇ ਥੁੱਕ ਤੱਕ ਹੈ, ਉਹਨੇ ਥੁੱਕ ਪੂੰਝਿਆ, ਗਾਂ ਚਲ ਗਿਆ। ਕਿਸੇ ਨੇ ਗਾਲਾਂ ਕੱਢੀਆਂ, ਗਾਲਾਂ ਖਾ ਲੀਆਂ। ਕਹਿੰਦਾ ਵੀ ਜਿੱਦਾਂ ਮੈਂ ਪੁਰਾਣੇ ਪਿੰਡ ਚ ਗਿਆ ਸਾਂ, ਉੱਥੇ ਮੈਨੂੰ ਬਰਫੀ ਦਿੱਤੀ, ਮੈਂ ਨਹੀਂ ਲਈ, ਮੈਂ ਤੁਸੀਂ ਖਾ ਲਓ। ਏਦਾਂ ਤੁਸੀਂ ਮੈਨੂੰ ਗਾਲਾਂ ਦਿੱਤੀਆਂ, ਮੈਂ ਨਹੀਂ ਲੈਂਦਾ, ਤੇ ਫਿਰ ਕੀ ਕਰੋਗੇ? ਉਹਨਾਂ ਬਰਫੀ ਤੇ ਵਾਪਸ ਲੈ ਗਏ ਸੀ, ਤੁਸੀਂ ਫਿਰ ਗਾਲਾਂ ਆਪਣੀਆਂ ਵਾਪਸ ਲੈ ਜਾਓ, ਕਿਉਂਕਿ ਮੈਂ ਤੇ ਲਈਆਂ ਨੀ। ਫਿਰ ਇਹਨਾਂ ਗਾਲਾਂ ਦਾ ਕਰੋਗੇ ਕੀ? ਉਹਦੇ ਬਰਫੀ ਨਾ ਖਾ ਲਈ। ਸੋ ਕਹਿਣ ਤੋਂ ਭਾਵ ਆ ਕਿ ਜਿੰਨਾ ਚਿਰ ਤੱਕ ਆਪਾਂ ਲੈਂਦੇ ਨਹੀਂ, ਉਹਨਾਂ ਚਿਰ ਤੱਕ ਗਾਲ ਦਾ ਅਸਰ ਨਹੀਂ ਹੁੰਦਾ। ਪਰ ਆਪਾਂ ਗਾਲ ਨੂੰ ਛੱਡਦੇ ਥੋੜੀ, ਆਪਾਂ ਤੇ ਲੈ ਲੈਂਦੇ। ਤੇ ਤੂੰ ਮੇਰੇ ਮਾਂ ਪਿਓ ਨੂੰ ਗੱਲ ਕਹੀ, ਤੂੰ ਮੇਰੀ ਭੈਣ ਨੂੰ ਗੱਲ ਕੀਤੀ, ਤੂੰ ਮੈਨੂੰ ਗਾਲ ਕੱਢੀ, ਆਪਾਂ ਤੇ ਕਹਿੰਦੇ ਮੈਨੂੰ ਕੱਢੀ। ਤੂੰ ਕਹਿਣ ਤੋਂ ਭਾਵ ਆ ਇੱਥੇ ਦੇਖੋ, ਆਪਾਂ ਇਹ ਚੀਜ਼ ਨੂੰ ਸਮਝੀਏ। ਜਿਹੜਾ ਇਨਸਾਨ ਪਰਮਾਤਮਾ ਦੇ ਨਾਲੋਂ ਆਪਣਾ ਸੰਬੰਧ ਤੋੜ ਲੈਂਦਾ ਔਰ ਫਿਰ ਸੰਸਾਰ 'ਚ ਹੀ ਘੁੰਮਦਾ ਰਹਿੰਦਾ, ਤੇ ਆਪ ਜਸਟ ਸੋਚੋ ਕਿ ਉਹਦਾ ਜੀਵਨ ਕਿੱਡਾ ਕੁ ਵਧੀਆ ਹੋਊਗਾ। ਉਹ ਕੁਝ ਵਧੀਆ ਜੀਵਨ ਨਹੀਂ ਹੈਗਾ, ਬਹੁਤ ਹਲਕਾ, ਬਹੁਤ ਇੱਕ ਮਾਮੂਲੀ ਜਿਹਾ ਜੀਵਨ। ਕਹਿਣ ਤੋਂ ਭਾਵ ਕਿ ਉਹਨੇ ਜੀਵਨ ਬਤੀਤ ਤੇ ਕੀਤਾ, ਪਰ ਸਾਰਾ ਜੀਵਨ ਬੇਹੋਸ਼ੀ 'ਚ। ਉਹ ਇੱਕ ਵਿਚਾਰਾਂ ਦੇ ਮੰਡਲ 'ਚ ਹੀ ਗਵਾਚਾ ਰਿਹਾ, ਵਿਚਾਰਾਂ ਦੇ ਪਿੱਛੇ ਭੱਜਦਾ ਰਿਹਾ। ਜਿੱਦਾਂ ਮਤਲਬ ਇੱਕ ਚਿੜੀ ਤੁਹਾਡੇ ਲਾਗੇ ਬੈਠੀ ਹੋਏ, ਤੁਸੀਂ ਉਹਨੂੰ ਨਾ ਫੜੋ, ਉੱਡਦੀ ਨੂੰ ਫੜੀ ਜਾਓ। ਉਹ ਉੱਡਦੀਆਂ ਚਿੜੀਆਂ ਫੜਨੀਆਂ ਬੜੀਆਂ ਔਖੀਆਂ। ਉਸੇ ਤਰ੍ਹਾਂ ਬੰਦਾ ਸਾਰੀ ਜ਼ਿੰਦਗੀ ਭੱਜਾ ਰਹਿੰਦਾ। ਔਰ ਬੰਦੇ ਦੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਜਿਹੜੀ ਚੀਜ਼ ਇਹਦੇ ਕੋਲ ਹੈਗੀ ਆ, ਇਹਨੂੰ ਦਿਖਾਈ ਨਹੀਂ ਦਿੰਦੀ। ਹਮੇਸ਼ਾ ਇਹਨੂੰ ਉਹ ਦਿਖਦਾ ਵਾ ਜਿਹੜਾ ਦੂਜੇ ਦੀ ਥਾਲੀ ਦੇ ਵਿੱਚ ਆ। ਇਹਨੂੰ ਆਪਣੀ ਥਾਲੀ ਦੇ ਵਿੱਚ ਜੋ ਰਾਸ਼ਨ ਹੈਗਾ, ਜੋ ਇਹਨੂੰ ਪ੍ਰਕਿਰਤੀ ਨੇ ਦਿੱਤਾ ਹੈ, ਇਹ ਨਹੀਂ ਦਿਖਦਾ। ਹਮੇਸ਼ਾ ਹੀ ਵੇਖੋ, ਬੰਦੇ ਜੇ ਤੁਹਾਡੀ ਵੀ ਰੋਟੀ ਹੈਗੀ ਆ, ਬੰਦੇ ਦੇ ਦੁੱਖ ਦਾ ਕਾਰਨ ਕੀ ਹੈ? ਬੰਦਾ ਕੰਪੇਅਰ ਹੀ ਕਰੀ ਜਾਂਦਾ ਉਹ ਦੂਜੇ ਦੇ ਨਾਲ। ਉਹਦਾ ਮਕਾਨ ਮੇਰਾ ਮਕਾਨ, ਉਹਦੇ ਕੱਪੜੇ ਮੇਰੇ ਕੱਪੜੇ। ਵੇਖੋ ਆਪਣੀ ਸੋਚ ਕਿੱਦਾਂ ਦੀ ਹੋ ਚੁੱਕੀ ਹੈ। ਉਹਦੀ ਜੁੱਤੀ ਮੇਰੀ ਜੁੱਤੀ, ਉਹਦੀ ਔਰਤ ਮੇਰੀ ਔਰਤ, ਉਹਦਾ ਮਰਦ ਮੇਰਾ ਮਰਦ। ਨਿਜਰ ਸਾਹਿਬ,
ਉਹਦੀ ਨੌਕਰੀ ਮੇਰੀ ਨੌਕਰੀ। ਹੁਣ ਆਪਾਂ ਬਸ ਆਪਾਂ ਫਰੂਟ ਤੇ ਵੇਖੀ ਜਾਂਦੇ ਆ ਵੀ ਇੰਜ ਨਹੀਂ ਤੇ ਇੰਜ ਨਹੀਂ, ਪਰ ਆਪਾਂ ਇਹ ਨਹੀਂ ਵੇਖਦੇ ਕਿ ਉਸ ਬੰਦੇ ਨੇ ਕੀਤਾ ਕਿੰਨੀ ਕੁ ਘਾਲਣਾ ਘਾਲੀ ਆ। ਇੱਕ ਦਿਨ ਚ ਥੋੜੀ ਬੰਦਾ ਉੱਥੇ ਪਹੁੰਚ ਗਿਆ, ਪਰ ਆਪਾਂ ਮਨ ਸਾਡਾ ਬੇਵਕੂਫ ਐਡਾ ਵਾ, ਉਹ ਗੱਲ ਨੂੰ ਚੈੱਕ ਨਹੀਂ ਕਰਨਾ ਚਾਹੁੰਦਾ, ਉਹ ਬਸ ਉਦਾਂ ਜੈਲਸੀ ਈਰਖਾ ਹੀ ਕਰਨਾ ਚਾਹੁੰਦਾ। ਔਰ ਫਿਰ ਤੁਹਾਨੂੰ ਪਤਾ ਈਰਖਾ ਚ ਤੁਸੀਂ ਉਬਲੀ ਜਾਓ, ਸੜੀ ਜਾਓ। ਇਹਦਾ ਮਤਲਬ ਤੇ ਇਹੋ ਹੀ ਆ ਜ਼ਹਿਰ ਮੈਂ ਖਾਵਾਂ ਤੇ ਮੈਂ ਸੋਚਿਆ ਕਿ ਦੂਜਾ ਬੰਦਾ ਮਰ ਜੇ। ਏਦਾਂ ਤੇ ਹੋ ਨਹੀਂ ਸਕਦਾ। ਇਹ ਠੀਕ ਹੈ ਨਹੀਂ ਜੈਸਾ ਅਗਲੀ ਤੋਂ ਕੁਝ ਕਹਿਣਾ ਚਾਹੁੰਦੇ ਸੀ ਆਪ? ਨਹੀਂ, ਬਿਲਕੁਲ ਠੀਕ ਹੈ ਜੀ। ਕਬੀਰ ਜੀ ਇਹੀ ਗੱਲ ਕਹਿ ਰਹੇ, ਕਹਿੰਦੇ ਕਿ ਇਸ ਤੋਂ ਅੱਗੇ ਜਿਹੜੇ ਹੈਗੇ ਆ, ਹੁਣ ਇਹ ਪ੍ਰੀਤ ਜਿਹੜੀ ਹੈਗੀ ਆ, ਲਾਗੀ ਪ੍ਰੀਤ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੇ ਲੋਕ ਅਜਾਨ। ਅਜਾਨ ਹੈਗੇ ਵਰਜਦੇ ਆ ਭਾਈ, ਕਿਉਂਕਿ ਮਾਇਆ ਦੇ ਨਾਲ ਪ੍ਰੀਤ ਆ ਉਹਨਾਂ ਦੀ, ਉਹਨਾਂ ਨੂੰ ਪਤਾ ਨਹੀਂ ਹੈਗਾ। ਅਤੇ ਜਿਸ ਮਾਲਕ ਪਰਮਾਤਮਾ ਦੇ ਨਾਲ ਆਪਣਾ ਜਿਹੜਾ ਜੇ ਪਿਆਰ ਟੁੱਟ ਜਾਏ, ਮਾਲਕ ਨਾਲ ਤੋੜ ਕੇ ਜਿਹੜੀ ਹੈਗੀ ਆ, ਜਿਸ ਮਾਲਕ ਨੇ ਸਾਰੀ ਸ੍ਰਿਸ਼ਟੀ ਬਣਾਈ ਆ, ਆਪਾਂ ਨੂੰ ਬਣਾਇਆ ਹੈ, ਸਾਰਾ ਕੁਛ ਹੈਗਾ ਉਸ ਮਾਲਕ ਦਾ। ਅਤੇ ਕਹਿੰਦੇ ਕਿੱਥੇ ਤੱਕ ਜਿਹੜੀ ਹੈਗੀ ਤੇਰਾ ਜਿਹੜਾ ਹੈਗਾ, ਕਿੱਥੇ ਤੱਕ ਤੇਰੀ ਸਿਆਣਪ ਹੈ, ਇਹ ਕਾਹਦੀ ਸਿਆਣਪ ਹੈ ਦੱਸਦੇ ਪਾਏ। ਔਰ ਵੈਸੇ ਜਿਹੜਾ ਹੈਗਾ ਅਗਲੇ ਸ਼ਲੋਕ 'ਚ ਕਬੀਰ ਜੀ ਕਹਿੰਦੇ ਆ, ਕਬੀਰ ਕੋਠੇ ਮੰਡਪ ਹੇਤ ਕਰੇ ਕਾਹੇ ਮਰੋ ਗਵਾ ਕਾਹੇ ਮਰੋ ਸਵਾਰ। ਆਹ ਦੇਖੋ ਇੱਥੇ ਹੈਗੇ, ਇੱਥੇ ਪ੍ਰੋਬਲਮ ਆ ਹੈਗੀ ਆ। ਕਾਰਜ 3.5 ਹੱਥ ਕਨੀ ਤਾਂ 3.25। ਦੇਖੋ ਆਪਣਾ ਸਰੀਰ ਕਿੰਨਾ ਕੁ ਹੈਗਾ, ਕਹਿੰਦੇ 3.5 ਹੱਥ ਮਿਲਣਾ ਯਾਰ, ਜ਼ਿਆਦਾ ਜ਼ਿਆਦਾ 3.25 ਹੋਊਗਾ ਜ਼ਿਆਦਾ। ਜੇ 7 ਫੁੱਟ 2 ਇੰਚ ਦਾ ਬੰਦਾ ਕਿੰਨਾ ਕੁ ਹੋਊਗਾ ਵੱਧ ਤੋਂ ਵੱਧ। ਕਹਿੰਦੇ ਇਸ ਤੋਂ ਇਲਾਵਾ ਤੇਰੇ ਇੰਨੇ ਕੁ ਸਰੀਰ ਦੇ ਵਾਸਤੇ ਤੂੰ ਜਿਹੜਾ ਹੈਗਾ 70 80 90 ਸਾਲ ਤੱਕ ਇਹ ਸਰੀਰ ਨੂੰ ਹੀ ਖਿਲਾਉਂਦਾ ਪਿਲਾਉਂਦਾ ਰਹਿ ਜਾਂਦਾ ਹੈ, ਔਰ ਇਹ ਸਰੀਰ ਜਿਹੜਾ ਹੈਗਾ ਸੜ ਕੇ ਸੁਆਹ ਹੋ ਜਾਂਦਾ ਹੈ। ਦੱਸ ਤੈਨੂੰ ਮਿਲਿਆ ਕੀ ਪਿਆਰਿਆ। ਔਰ ਐਡੇ ਐਡੇ ਕੋਠੇ ਮੰਡਪ ਮਾੜੀਆਂ ਸਾਰਾ ਖਲਾਰਾ ਪਾ ਲਿਆ। ਇੱਧਰ ਜਿਹੜਾ 3.5 ਹੱਥ ਤੇ 3.25 ਹੱਥ ਵਾਲਾ ਸਰੀਰ, ਔਰ ਉਹ ਮਾਲਕ ਪਰਮਾਤਮਾ ਜਿਹੜਾ ਜਿਹਨੇ ਸਾਰੀ ਦੁਨੀਆ ਸ੍ਰਿਸ਼ਟੀ ਬਣਾਈ ਹੈ, ਤੇਰੇ ਅੰਦਰ ਜਿਹੜੀ ਆ ਤੇਰੀ ਆਤਮਾ ਹੈ, ਉਹਦੇ ਬਾਰੇ ਤੈਨੂੰ ਕੋਈ ਪਤਾ ਹੀ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਤੇਰੇ ਜ਼ਿੰਦਗੀ ਦੇ ਵਿੱਚ ਕੇਵਲ ਇੱਕੋ ਹੀ ਮਕਸਦ ਹੈ, ਤੂੰ ਕੇਵਲ ਆਪਣੇ ਸਰੀਰ ਨੂੰ ਹੀ ਦੇਖੀ ਜਾਂਦੇ ਆ। ਬਸ ਬਿਲਕੁਲ ਜਾਨਵਰ ਤੂੰ ਹੈ, ਜਾਨਵਰ ਹੀ ਆਪਾਂ, ਜਾਨਵਰ ਤੇ ਉਹ ਕੋਈ ਕਰਦੇ ਆ ਸਾਡੇ ਤੋਂ ਵਧੀਆ ਹੀ। ਨਿਜਾ ਸਾਹਿਬ ਬਿਲਕੁਲ ਠੀਕ ਹੈ। ਲੱਗੀ ਖਾ ਲਿਆ, ਫਿਰ ਸੌ ਲਿਆ, ਫਿਰ ਨਹਾਉਣ ਚਲ ਗਏ, ਢੋਲੇ ਤੇ ਮਾਈਏ ਗਾਏ। ਔਰ ਜਾਨਵਰ ਜਿਹੜੇ ਨਾ ਜਾਨਵਰ ਜਿਹੜੇ ਗੋਰਖੀ ਸਾਹਿਬ ਬਹੁਤ ਸਹੀ ਤਰੀਕੇ ਨਾਲ ਖਾਂਦੇ ਆ, ਆਪਣੇ ਵਾਂਗੂ ਨਹੀਂ ਖਾਂਦੇ। ਉਹ ਖਾ ਕੇ ਬਿਮਾਰ ਨਹੀਂ ਹੁੰਦੇ, ਆਪਾਂ ਤਾਂ ਖਾ ਕੇ ਬਿਮਾਰ ਹੋ ਜਾਂਦੇ ਜ਼ਿਆਦਾ ਰਾਸ਼ਨ। ਬਿਲਕੁਲ ਵੱਡੀ ਦੁਨੀਆ ਤੇ ਇਸੇ ਕਰਕੇ ਬਿਮਾਰ ਹੈ। ਬਹੁਤ ਲੋਕ ਰਾਸ਼ਨ ਖਾਂਦੇ, ਮੈਂ ਤੇ ਆਪ ਕਈ ਵਾਰੀ ਖਾ ਲੈਂਦਾ। ਮੈਂ ਤੇ ਨਾਲ ਦੀ ਨੂੰ ਕਿਹਾ ਬਈ ਰੋਟੀ ਘੱਟ ਲਿਆ ਕਰੋ, ਪਹਿਲਾਂ 3 ਕੀਤੀਆਂ, ਮੈਂ ਤੇ ਕਹਿੰਦਾ 3 ਦੀਆਂ ਵੀ 2 ਕਰੋ, ਕਿਉਂਕਿ ਕੰਮ ਨਹੀਂ ਕਰਦੇ ਸਾਰਾ ਦਿਨ। ਮੈਂ ਮੋਬਾਇਲ 'ਚ ਚੈੱਕ ਕਰਦਾ 1500 1800 2500 ਸਟੈਪ ਸਾਰੇ ਦਿਨ 'ਚ ਹੁੰਦਾ। ਘੱਟੋ ਘੱਟ ਕਹਿੰਦੇ 6000 ਸਟੈਪ ਚਾਹੀਦਾ ਮੋਬਾਇਲ, ਇੰਨਾ ਵਾਕ ਕਰਨੀ ਜ਼ਰੂਰੀ। ਤੋ ਕਹਿਣ ਤੋਂ ਭਾਵ ਹੈ ਸਾਧ ਸੰਗਤ ਜੀ, ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੇਵਲ ਪੈਸਾ ਨਾ ਹੋਵੇ। ਜੇ ਸਾਡੀ ਜ਼ਿੰਦਗੀ ਦਾ ਪੈਸਾ ਹੀ ਮਕਸਦ ਹੈ ਤੇ ਫਿਰ ਕੋਈ ਵਧੀਆ ਨਹੀਂ ਆਪਾਂ ਜੀਵਨ ਬਤੀਤ ਕਰ, ਕਿਉਂਕਿ ਇਹਦੀਆਂ ਜ਼ਰੂਰਤਾਂ ਇੰਨੀਆਂ ਨਹੀਂ ਹੈਗੀਆਂ ਜਿੰਨੀਆਂ ਆਪਾਂ ਬਣਾ ਰਹੇ ਹਾਂ। ਫਿਰ ਤਾਂ ਅੱਗੇ ਨਾਟਕ ਹੀ ਆ। ਫਿਰ ਤੁਸੀਂ ਉਹੀ ਆ ਕਿ ਜਾਣਾ ਤੇ ਮੈਂ ਵੀ ਉੱਥੇ ਪਲੇਨ 'ਚ ਹੀ ਆ, ਤੁਸੀਂ ਵੀ ਉਸੇ ਪਲੇਨ 'ਚ ਜਾਣਾ ਹੈ। ਇੱਕ ਬੰਦਾ ਬਿਜ਼ਨਸ ਕਲਾਸ 'ਚ ਬੈਠਾ ਤੇ ਉਹ ਫਿਰ ਉਹਦੇ ਨਾਲ ਕੋਈ ਫਰਕ ਤੇ ਪੈ ਨਹੀਂ ਜਾਂਦਾ। ਪਰ ਇਹ ਆ ਕਿ ਉਹ ਬੰਦੇ ਦੇ ਅੰਦਰ ਇੱਕ ਉਹ ਚੀਜ਼ ਨੂੰ ਜਨਰੇਟ ਕਰਦਾ ਕਿ ਮੈਂ ਸੁਪੀਰੀਅਰ ਹਾਂ। ਹੁਣ ਜਿਹਦੀ ਚੜਿਆ ਉਹਦੀ ਸਾਰੇ ਚੜੇ, ਜਿਹਦੀ ਉਤਰੇਗਾ ਉਹਦੀ ਸਾਰੇ ਉਤਰੇ। ਕੋਈ ਵੱਖਰੀ ਕਹਾਣੀ ਤੇ ਹੈ ਨਹੀਂ। ਪਰ ਉਹ ਕੀ ਹੁੰਦਾ ਕਿ ਪਬਲਿਕ ਦੇ ਵਿੱਚ ਇੱਕ ਥੋੜਾ ਡਿਫਰੈਂਸ ਪਾ ਦਿੰਦੇ ਨੇ ਕਿ ਜਿਹੜੇ ਇਕਨੋਮੀ ਵਾਲੇ ਉਹਨਾਂ ਨੂੰ ਚਾਹੁੰਦੇ ਕਿ ਤੁਸੀਂ ਬਿਜ਼ਨਸ 'ਚ ਟਰੈਵਲ ਕਰੋ। ਚਲੋ ਸਾਰੇ ਤੇ ਨਹੀਂ ਕਰ ਪਾਉਂਦੇ, ਕਾਫੀ ਲੋਕ ਕਰਦੇ ਨੇ ਕੋਸ਼ਿਸ਼, ਤੇ ਜਿਹੜੇ ਕਰਦੇ ਨੇ ਉਹਨਾਂ 'ਚ ਕੁਝ ਪਹੁੰਚ ਵੀ ਜਾਂਦੇ। ਸੋ ਕਹਿਣ ਤੋਂ ਭਾਵ ਹੈ ਕਿ ਸਾਡੇ ਜੀਵਨ ਦਾ ਮਕਸਦ ਕੇਵਲ ਪੈਸਾ ਨਹੀਂ ਹੋਣਾ ਚਾਹੀਦਾ। ਸਾਡੇ ਜੀਵਨ ਦਾ ਮਕਸਦ ਜਿਹੜਾ ਹੈ ਨਾ, ਉਹ ਵੀ ਹੋਣਾ ਚਾਹੀਦਾ ਕਿ ਅਸੀਂ ਇੱਥੇ ਕਰਦੇ ਕੀ ਪਏ ਹਾਂ, ਕੌਣ ਹੈ ਆਪਾਂ, ਇੱਥੇ ਸੰਸਾਰ ਤੇ ਬੰਦਾ ਆਉਂਦਾ ਕਿਉਂ ਆ, ਬੰਦਾ ਚਲਾ ਕਿਉਂ ਜਾਂਦਾ ਹੈ। ਇਹ ਸਵਾਲਾਂ ਦੇ ਜਵਾਬ ਆਪਾਂ ਲੱਭਣੇ ਆ। ਕਿੱਥੋਂ ਆ ਜਾਂਦਾ ਬੰਦਾ, ਕਿੱਥੇ ਬੰਦਾ ਚਲਾ ਜਾਂਦਾ,
ਫਿਰ ਸਰੀਰ ਚੋਂ ਕਿਹੜੀ ਚੀਜ਼ ਅਲੱਗ ਹੋ ਜਾਂਦੀ ਹੈ? ਸਰੀਰ ਤੇ ਉੱਥੇ ਪਿਆ ਸਭ ਕੁਝ, A to Z ਪੁਰਜੇ ਉੱਥੇ ਪਏ ਨੇ। ਜਦੋਂ ਭੌਰ ਵਿੱਚੋਂ ਨਿਕਲ ਜਾਂਦਾ ਫਿਰ ਸਰੀਰ ਠੰਡਾ ਕਿਉਂ ਹੋ ਜਾਂਦਾ? ਉਹ ਗਰਮੈਸ਼ ਕੀ ਹੈ? ਕੀ ਪ੍ਰਾਣ ਕਿੱਦਾਂ ਚੱਲਦੇ ਨੇ? ਉਹ ਪ੍ਰਾਣਾਂ ਦੇ ਕਰਕੇ ਸਰੀਰ ਗਰਮ ਸੀ। ਹੁਣ ਵੀ ਪੁਰਜੇ ਸਾਰੇ ਨੇ, ਢਿੱਡ 'ਚ ਰੋਟੀ ਵੀ ਹੈਗੀ ਆ, ਪਰ ਹੁਣ ਮਸ਼ੀਨ ਕਿਉਂ ਨਹੀਂ ਕੰਮ ਕਰ ਰਹੀ? ਕਿਉਂ ਚੱਲ ਗਈ ਹੈ? ਕਿੱਥੇ ਚੱਲ ਗਈ ਹੈ? ਜਦੋਂ ਇਹ ਸੋਚਦੇ ਆ ਤੇ ਫਿਰ ਸਾਡੇ ਮਨ 'ਚ ਜਗਿਆਸਾ ਆਉਂਦੀ ਹੈ ਪਰਮਾਤਮਾ ਦੇ ਪ੍ਰਤੀ। ਉਹਦਾ ਨਹੀਂ ਆਉਂਦੀ, ਬਿਲਕੁਲ ਨਹੀਂ ਆਵੇ। ਹਾਂਜੀ ਨਜਰ ਸਾਹਿਬ, ਬਿਲਕੁਲ ਸਹੀ ਗੱਲ ਆ। ਬਿਲਕੁਲ ਮਸ਼ੀਨ ਨੂੰ ਤਾਂ ਆਪਾਂ ਨੇ ਪੂਰਾ ਰਗੜਤਾ ਇੰਨਾ 24/7 ਜਿਹੜਾ ਹੈਗਾ ਮਸ਼ੀਨ ਨੂੰ ਘਸਾ ਕੇ ਉਹਦਾ ਸਾਰਾ ਕੰਡਮ ਕਰਤੀ ਮਸ਼ੀਨ। ਹਾਂ, ਕਬੀਰ ਜੀ ਹੁਣ ਅੱਗੇ ਦੱਸ ਰਹੇ ਇਹ ਗੱਲ। ਕਬੀਰ ਜੋ ਮੈਂ ਚਿਤਵੋਂ ਨਾ ਕਰੈ ਕਿਆ ਮੇਰੇ ਚਿਤਵੇ ਹੋਏ। ਆਪਾਂ ਦੇਖ ਲਓ 24 ਘੰਟੇ ਰਾਊਂਡ ਦੀ ਕਲਾਕ ਵਿਚਾਰ ਚੱਲੀ ਜਾ ਰਹੇ, ਸੋਚੀ ਜਾ ਰਹੇ, ਐਵੇਂ ਕਰ ਰਹੇ, ਐਵੇਂ ਹੋ ਜਾਊਗਾ, ਆਹ ਕਰ ਲਈਏ, ਇਸ ਤਰ੍ਹਾਂ ਹੋ ਜਾਏਗਾ, ਉਸ ਤਰ੍ਹਾਂ ਹੋ ਜਾਊਗਾ। ਬਸ 24 ਘੰਟੇ ਚੱਲੀ ਜਾਣੇ ਆ ਵਿਚਾਰ ਆਪਣੇ। 24 ਘੰਟੇ ਆਪਾਂ ਨੇ ਥੁੱਕ ਦੇ ਪਕੌੜੇ ਪਕਾਈ ਜਾਣੇ ਆ ਬਸ। ਕਬੀਰ ਜੋ ਮੈਂ ਚਿਤਵੋਂ ਨਾ ਕਰੈ, ਕਹਿੰਦੇ ਉਹ ਤਾਂ ਕਰਦਾ ਹੀ ਨਹੀਂ, ਹੁੰਦਾ ਤਾਂ ਕੁਛ ਹੋ ਰਿਹਾ। ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿੱਤੇ ਨਾ ਹੋਏ। ਕਹਿੰਦੇ ਉਹ ਕਰਦਾ ਤਾਂ ਉਹ ਮਾਲਕ ਪਰਮਾਤਮਾ, ਹੁੰਦਾ ਤਾਂ ਉਹਦੇ ਕਰਨ ਦੇ ਨਾਲ ਆ। ਮੇਰੇ ਜਿਹੜੇ ਹੈਗੇ ਵਿਚਾਰ ਕਰਨ ਦੇ ਨਾਲ 24 ਘੰਟੇ ਮੈਂ ਜੋ ਵਿਚਾਰ ਕਰ ਰਿਹਾ ਆ। ਮੈਂ ਕਹਿੰਦਾ ਇੱਕ ਦਿਨ ਬੰਦਾ ਸੋਚ ਲੈ ਵੀ ਮੈਂ ਜਿੰਨਾ ਸਾਰਾ ਦਿਨ ਵਿਚਾਰ ਕੀਤੇ ਆ 24 ਘੰਟੇ ਬਾਅਦ, ਵੀ ਉਹਦੀ ਆਊਟਪੁੱਟ ਕੀ ਹੈਗੀ ਉਹ ਵਿਚਾਰਾਂ ਦੀ, ਉਹਨਾਂ ਦੇ ਹਿਸਾਬ ਦੇ ਨਾਲ ਕੀ ਹੋਇਆ ਤੇ ਕੀ ਬਣਿਆ। ਆਪਾਂ ਨੂੰ ਪਤਾ ਲੱਗੂਗਾ। ਆਪਾਂ ਨੇ ਸਾਰਾ ਜਿਹੜਾ ਹੈਗਾ ਮੈਕਸੀਮਮ ਜਿਹੜਾ ਹੈਗਾ ਆਪਾਂ ਨੇ ਸਮਾਂ ਆਪਣਾ, ਇਹ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਇਸ ਤਰੀਕੇ ਦੇ ਨਾਲ ਆਪਾਂ ਨੇ ਵਿਚਾਰਾਂ ਦੇ ਵਿੱਚ ਹੀ ਆਪਣੀ ਜਿਹੜੀ ਹੈਗੀ ਆ, ਆਪਣਾ ਜਿਹੜਾ ਹੈਗਾ ਸ਼ਕਤੀ ਜਿਹੜੀ ਹੈਗੀ, ਪ੍ਰਾਣ ਸ਼ਕਤੀ ਕਹਿ ਲਓ, ਜੋ ਵੀ ਕਹਿ ਲਓ, ਜੋ ਸਮਾਂ ਮਿਲਿਆ ਸੀਗਾ ਆਪਾਂ ਨੂੰ ਰੱਬ ਦੇ ਵੱਲ ਚੜ੍ਹਾਈ ਕਰਨ ਨੂੰ, ਆਪਾਂ ਨੇ ਵਿਚਾਰਾਂ ਦੇ ਵਿੱਚ ਗਵਾ ਦਿੱਤਾ। ਹਾਂਜੀ ਵੀਰ ਜੀ। ਹੁਣ ਜਦੋਂ ਬੰਦਾ ਪੈਦਾ ਹੁੰਦਾ, ਬੰਦਾ ਚੇਤਨ ਸਤਾ 'ਚ ਹੁੰਦਾ, ਬੱਚਾ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਹ 'ਚ ਬੁੱਧੀ ਪੈਦਾ ਹੁੰਦੀ। ਜਦੋਂ ਬੁੱਧੀ ਪੈਦਾ ਹੁੰਦੀ ਹੈ ਫਿਰ ਬੁੱਧੀ ਦੇ ਆਧਾਰ ਤੇ ਵੇਖਦਾ ਮੈਂ ਹੱਸਦਾ ਵਾਂ ਤੇ ਮਾਤਾ ਕੁਛ ਵੀ ਨਹੀਂ ਕਹਿੰਦੀ, ਐਨ ਆਪਣੇ ਕੰਮ 'ਚ ਲੱਗੀ ਰਹਿੰਦੀ ਹੈ। ਜਦੋਂ ਮੈਂ ਮਾੜਾ ਜਿਹਾ ਰੋਂਦਾ ਤੇ ਮੇਰੇ ਭੱਜੀ ਹੁੰਦੀ ਹੈ। ਉਹ ਸਭ ਚਲਾਕੀਆਂ ਉੱਥੋਂ ਸਿੱਖਦਾ। ਫਿਰ ਬੱਚਾ ਜਾਣ ਬੁੱਝ ਕੇ ਰੋਂਦਾ। ਜਿੱਦਾਂ ਬੁੱਢੇ ਬੰਦੇ ਵੇਖੋ ਤੁਹਾਨੂੰ ਆਮ ਮਿਲ ਜਾਣਗੇ ਘਰਾਂ 'ਚ। ਬੁੱਢੇ ਬੰਦੇ ਜਿਹੜੇ ਹੁੰਦੇ ਨਾ ਆਮ ਹੀ ਬਿਮਾਰ ਹੋ ਜਾਂਦੇ। ਜਦੋਂ ਬੁਢਾਪਾ ਆ ਜਾਂਦਾ ਨਾ ਵਿਚਾਰੇ, ਫਿਰ ਉਹ ਮਹਿਸੂਸ ਕਰਦੇ ਆ ਅਟੈਂਸ਼ਨ ਘੱਟ ਗਈ ਆ। ਘਰ ਦੇ ਉਨੀ ਅਟੈਂਸ਼ਨ ਨਹੀਂ ਦੇਂਦੇ ਉਹਨਾਂ ਨੂੰ। ਉਹ ਕੀ ਕਰਦੇ ਆ, ਬਿਮਾਰ ਹੋ ਜਾਂਦੇ ਆ। ਉਹ ਬਿਮਾਰ ਹੋ ਜਾਂਦੇ ਆ, ਫਿਰ ਮੁੰਡਾ ਆ ਜਾਂਦਾ ਹੈ, ਨੌਂ ਕਹਿ ਲਓ, ਕੁੜੀ ਕਹਿ ਲਓ, ਉਹਨਾਂ ਨੂੰ ਹਸਪੀਟਲ ਲੈ ਜਾਂਦੇ ਨੇ। ਉੱਥੇ ਜਾ ਕੇ ਉਹਨਾਂ ਨੂੰ ਚੰਗਾ ਲੱਗਦਾ। ਉਹ ਕਾਈਂਡ ਆਫ ਨਿਜਰ ਸਾਹਿਬ ਛੋਟੇ ਬੱਚੇ ਵਾਲਾ ਹਿਸਾਬ ਹੁੰਦਾ ਕਈ ਵਾਰੀ। ਬਿਲਕੁਲ। ਡਾਕਟਰ ਕਹਿੰਦੇ ਨੇ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਹੈ। ਉਹ ਤੇ ਸਾਨੂੰ ਵੀ ਪਤਾ ਬਿਮਾਰੀ ਨਹੀਂ ਹੈਗੀ, ਪਰ ਉਹ ਇਸ ਕਰਕੇ ਉਹ ਇਹ ਕਰ ਰਹੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਮੈਂ ਸਿਸਟਮ ਚੋਂ ਬਾਹਰ ਕੱਢ ਦੋ ਮੈਨੂੰ। ਮੈਂ ਇਕੱਲਾ ਰਹਿ ਜਾਵਾਂ ਮੈਂ ਸਿਸਟਮ 'ਚ। ਹਾਂ, ਤੁਸੀਂ ਇਹ ਨਾ ਛੋਟਾ ਬੱਚਾ ਵੇਖਿਆ, ਤੁਹਾਡਾ ਬੱਚਾ ਖੇਡੀ ਜਾਓ, ਤੁਸੀਂ ਧਿਆਨ ਨਾ ਦਿਓ, ਹਾਰ ਕੇ ਉਹ ਰੋਂਦਾ ਵਾ। ਉਹ ਜਦੋਂ ਰੋਂਦਾ ਹੈ ਤੇ ਫਿਰ ਸਾਰਾ ਟੱਬਰ ਭੱਜਿਆ ਫਿਰਦਾ ਨੇ, ਜੈਸਾ ਆਪ ਨੂੰ ਚੁੱਕੀ ਫਿਰਦੇ ਨਾ ਗਲੀਆਂ 'ਚ। ਬਿਲਕੁਲ। ਐ ਮੇਰਾ ਪੁੱਤ ਤੂੰ ਕਿਉਂ ਨਾਰਾਜ਼ ਹੈ, ਲੈ ਤੈਨੂੰ ਟੌਫੀ ਖਵਾਈਏ। ਉਹ ਕੀ ਚਾਹੀਦਾ ਤੈਨੂੰ ਦੱਸ, ਤੂੰ ਕਿਉਂ ਉਦਾਸ ਬੈਠਾ? ਤੇ ਜਦੋਂ ਮਸਤੀ 'ਚ ਬੈਠਾ ਕੋਈ ਦਿਲ ਵੇਂਦਾ ਹੀ ਨਹੀਂ। ਇਹੋ ਹਿਸਾਬ ਸਾਡਾ ਵਾ। ਜਿਹੜੇ ਬਜ਼ੁਰਗ ਹੁੰਦੇ ਨੇ ਅਕਸਰ ਆਮ, ਇਹ ਮੈਂ ਕਈ ਜਗ੍ਹਾ ਤੇ ਪੜ੍ਹਿਆ ਵਾ ਕਿ ਏਦਾਂ ਕਈ ਬਜ਼ੁਰਗ ਕਿਤੇ ਕਦਾਈ ਵਿੱਚ ਚੱਲ ਜਾਂਦੇ ਨੇ। ਉਹ ਕਹਿੰਦੇ ਮੈਂ ਠੀਕ ਨਹੀਂ ਹੈਗਾ, ਜੋ ਮੇਰਾ ਇਲਾਜ ਕਰਾਓ। ਉਹ ਡਾਕਟਰਾਂ ਨੂੰ ਵੀ ਪਤਾ ਹੈ ਕਹਾਣੀ ਦਾ, ਤੇ ਡਾਕਟਰ ਵੀ ਥੋੜੀ ਬਹੁਤ ਦਵਾਈ ਦੇ ਦਿੰਦੇ। ਚਲੋ ਕੋਈ ਨਹੀਂ ਯਾਰ, ਉਹਨੂੰ ਇਹੋ ਹੀ ਖੁਸ਼ੀ ਮਿਲਦੀ ਹੈ ਕਿ ਮੇਰੀ ਵੈਲਿਊ ਹੈਗੀ, ਮੈਨੂੰ ਲਈ ਫਿਰਦੇ। ਹੁਣ ਇੱਥੇ ਇੱਕ ਚੀਜ਼ ਨੂੰ ਸਮਝੋ, ਜਿਹੜਾ ਬੰਦਾ ਇੱਕ ਅੰਦਰ ਵਿਚਾਰ ਚਿੰਤਨ ਕਰਦਾ ਹੈ, ਤੁਸੀਂ ਦੇਖੋ, ਤੁਸੀਂ ਸਾਰਾ ਦਿਨ ਜਿੰਨਾ ਚਿੰਤਨ ਕੀਤਾ ਨਾ, ਤੁਸੀਂ ਉਹਦੇ ਵਿੱਚੋਂ 0.00001% ਵੀ ਨਹੀਂ ਕਰਨਾ। ਐਕਸ਼ਨ ਤੁਹਾਡਾ ਬਿਲਕੁਲ ਨਹੀਂ ਹੋਣਾ। ਇੱਕ ਵਿਚਾਰੀ ਕਹਿੰਦੇ ਸੀ ਮੈਨੂੰ, ਆਪਣੇ ਸਾਧਕ ਸੀ, ਮੈਨੂੰ ਪਰਮਜੀਤ ਜੀ ਨੇ ਮੇਰੇ ਨਾਲ ਸਵਾਲ ਕੀਤਾ ਕਿ ਵੀਰ ਜੀ ਜੇ ਆਪਾਂ ਸੋਚਾਂਗੇ ਨਹੀਂ ਤੇ ਕੰਮ ਕਿੱਥੋਂ ਕਰਾਂਗੇ? ਤੇ ਮੈਂ ਸੋਚਣਾ ਤੇ ਕੰਮ ਕਰਨ 'ਚ ਤਾਂ ਬੜਾ ਅੰਤਰ ਹੁੰਦਾ।
ਤੁਸੀਂ ਕਰਦੇ ਨਹੀਂ ਜੋ, ਕੱਲਾ ਸੋਚੀ ਜਾਂਦੇ ਜੋ। ਬਸ 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 ਪੰਗਾ ਤੇ ਆ। ਹੁਣ ਜਿੱਦਾਂ ਮੈਂ ਇੱਥੇ ਬੈਠਾ, ਮੈਂ ਨਹਾਉਣਾ, ਜਾ ਕੇ ਮੈਂ ਨਹਾਉਣਾ, ਪਰ ਮੈਂ ਇੱਥੇ ਬੈਠਾ ਵਾਂ, ਮੈਂ ਸੋਚੀ ਨਾ ਨਹਾਵਾਂ ਕਿ ਨਾ ਨਹਾਵਾਂ, ਯਾਰ ਪਾਣੀ ਗਰਮ ਹੋਊਗਾ ਕਿ ਠੰਡਾ ਹੋਊਗਾ, ਸਾਬਣ ਕਿਹੜਾ ਹੋਊਗਾ, ਅੱਜ ਨਾ ਨਹਾਵਾਂ ਕੱਲ ਨਹਾਣਾ। ਕੇਵਲ ਸਕੀਮਾਂ, ਕਰਨਾ ਕੁਛ ਵੀ ਨਹੀਂ। ਗੱਲ ਇੰਨੀ ਆ, ਨਹਾਉਣਾ ਤੇ ਨਾਲੋਂ ਜਾ ਕੇ, ਨਹੀਂ ਨਹਾਉਣਾ ਤੇ ਨਹੀਂ, ਗੱਲ ਖਤਮ। ਪਰ ਆਪਾਂ ਗੱਲ ਥੋੜੀ ਖਤਮ ਹੋਣ ਦਿੰਦੇ ਆ। ਬੀਬੀਆਂ ਬੈਠੀਆਂ ਬੈਠੀਆਂ ਚਿੰਤਾ ਕਰੀ ਜਾਂਦੀਆਂ ਵਾ, ਹੁਣ ਸਵੇਰ ਦੀ ਰੋਟੀ ਬਣਾ ਲਈ, ਹੁਣ ਰਾਤ ਦੀ ਕਿੱਦਾਂ ਬਣਾਉਣੀ ਆ। ਉਹ ਬੰਦਾ ਪੁੱਛੇ ਤੂੰ ਸਵੇਰ ਦੀ ਬਣਾਈ ਤੇ ਰਾਤ ਦੀ ਵੀ ਬਣੀ ਜਾਊਗੀ। ਗੱਲੀ ਬਾਤੀ, ਮੈਂ ਉੱਥੇ ਜਾਵਾਂਗੀ, ਮੈਂ ਸਬਜ਼ੀ ਲਿਆਵਾਂਗੀ। ਹੁਣ ਇਹ ਜਦੋਂ ਜ਼ਿਆਦਾ ਚਿੰਤਨ ਕਰਦੇ ਨੇ ਇਹ ਲੋਕ, ਫਿਰ ਆਪਣੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ। ਤੁਸੀਂ ਬੋਲੋਗੇ ਆਪਣੇ ਆਪ ਨਾਲ। ਮੈਂ ਸਾਡੇ ਘਰ 'ਚ ਇੱਕ ਰਿਸ਼ਤੇਦਾਰ ਚਾਹੇ ਕੁੜੀ ਆ, ਮੈਂ ਉਹਨੂੰ ਵੇਖਣਾ, ਉਹ ਬੋਲੀ ਜਾਂਦੀ ਤੇ ਫਿਰ ਉੱਥੇ ਲਾਗੇ ਕੋਈ ਵੀ ਨਹੀਂ ਹੈਗਾ। ਹੁਣ ਉਹਦੇ ਜਿਹੜੇ ਵਿਚਾਰ ਨੇ ਉਹਦੇ ਕੰਟਰੋਲ 'ਚ ਨਹੀਂ ਆ, ਹੁਣ ਬੋਲਣ ਡੈ ਪਈ। ਇਹਦਾ ਮਤਲਬ ਕਿ ਉਹਦੇ ਸਾਹਮਣੇ ਕੋਈ ਬੰਦਾ ਆਊਗਾ, ਉਹਨੇ ਕਲਪਨਾ ਕਰ ਲਈ ਉਹ ਬੰਦੇ ਦੀ, ਔਰ ਉਹ ਬੰਦਾ ਬੋਲਦਾ ਨਹੀਂ ਪਿਆ, ਉਸ ਬੰਦੇ ਵੱਲੋਂ ਉਹ ਬੋਲਦੀ ਵੀ ਹੋਊਗੀ ਤੇ ਆਪਣੇ ਵੱਲੋਂ ਵੀ ਬੋਲੂਗੀ। ਦੋਨੋਂ ਰੋਲ ਪਲੇ ਕਰ ਲੈਂਦੀ ਹੈ, ਦੋਨੋਂ ਰੋਲ ਪਲੇ ਕਰ ਲੈਂਦੀ ਹੈ। ਔਰ ਗੋਰਖੀ ਸਾਹਿਬ ਇਸ ਤੋਂ ਅੱਗੇ ਪਤਾ ਕੀ ਹੋਣਾ, ਇਸ ਤੋਂ ਅੱਗੇ ਜਿਹੜਾ ਹੈਗਾ ਆਪਾਂ ਨੇ ਉਹ ਐਂਜ਼ਾਈਟੀ ਹੋ ਜਾਣਾ। ਇਸ ਤੋਂ ਅੱਗੇ ਫਿਰ ਡਾਕਟਰਾਂ ਦੀ ਲੋੜ ਪੈਣੀ ਹੈ, ਫਿਰ ਉਹਨਾਂ ਨੇ ਜਿਹੜਾ ਸਲੀਪਿੰਗ ਪਿਲਸ ਦੇਣੀ ਹੈ, ਜੋ ਵੀ ਉਹਨਾਂ ਨੇ ਦਵਾਈ ਦੇਣੀ ਹੈ ਉਹ ਦੇ ਦੇਣਗੇ। ਉਹ ਬਾਣੀ ਜੇ ਤੁਕ ਆਉਂਦੀ ਹੈ, ਚਿੰਤਾ ਕਾਹੇ ਕੀਜੀਏ ਜੋ ਹੋਣੀ ਅਨਹੋਣੀ ਹੋਏ, ਚਿੰਤਾ ਤਾਕੀ ਕੀਜੀਏ ਜੋ ਜੇ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹੁਣ ਕਈ ਕਹਿੰਦੇ ਅਸੀਂ ਮਰ ਜਾਣਾ, ਮੈਂ ਜਦੋਂ ਤੂੰ ਮਰ ਜਾਣਾ ਤੇ ਪਤਾ ਵੀ ਨਹੀਂ ਲੱਗਣਾ ਤੈਨੂੰ। ਮੈਂ ਮਰਨਾ ਕਿੰਨੇ ਨਹੀਂ ਹੈ, ਤੂੰ ਥੋੜਾ ਜਿਹਾ ਪਹਿਲਾਂ ਚੱਲ ਜਾਏਗਾ ਤਾਂ ਅਸੀਂ ਪਿੱਛੋਂ ਆ ਜਾਾਂਗੇ, ਜਾਂ ਅਸੀਂ ਪਹਿਲਾਂ ਚੱਲ ਜਾਾਂਗੇ ਜਾਂ ਤੂੰ ਪਿੱਛੋਂ ਆ ਜਾਈਂ। ਕਹਿਣਾ ਕਿੰਨੇ ਇੱਥੇ, ਜੋ ਆਈ ਸੋ ਚੱਲ ਸੀ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇੱਥੇ ਤੇ ਸਭ ਨੂੰ ਜਾਣਾ ਪਊ। ਇੱਥੇ ਰਾਜੇ ਮਹਾਰਾਜੇ ਸਿਕੰਦਰ ਹੁਣੀ ਚੱਲ ਗਏ ਤੇ ਆਪਾਂ ਕੌਣ ਆ? ਬਿਲਕੁਲ। ਅਸੀਂ ਕਿਹੜੇ ਖੇਤ ਦੀ ਮੂਲੀ ਆ? ਸਾਨੂੰ ਲੋਕਾਂ ਪੁੱਟ ਦੇਣਾ, ਜੇ ਨਹੀਂ ਪੁੱਟਾਂਗੇ ਤੇ ਆਪ ਵਕਤ ਨੇ ਪੁੱਟ ਦੇਣਾ ਸਾਨੂੰ। ਸੋ ਇਹ ਸੰਸਾਰ ਆ, ਠੀਕ ਹੈ ਜੀ। ਸੋ ਇਹ ਕਹਿੰਦੇ ਨੇ ਕਿ ਐਵੇਂ ਆ ਗੱਲਾਂ ਦੇ ਕੜਾਹ ਨਾ ਬਣਾਇਆ ਕਰੋਗੇ। ਜੇ ਬਣਾਉਣਾ ਵਾ ਕੜਾਹ, ਰਸੋਈ 'ਚ ਜਾ ਕੇ ਤੇ ਅਸਲੀ ਕੜਾਹ ਬਣਾ ਲਿਆ ਕਰੋ। ਜਿਹੜਾ ਆਪਾਂ ਖਿਆਲੀ ਮਿੱਠੂ ਰਾਮ ਦੇ ਆਂਡਿਆਂ ਵਾਂਗੂ ਉਹ ਆਪਾਂ ਏਦਾਂ ਹੀ ਕਰਦੇ ਆ। ਮਿੱਠੂ ਰਾਮ ਆਂਡਾ ਸਿਰ ਤੇ ਰੱਖਿਆ ਨੇ ਟੋਕਰਾ, ਤੇ ਆਂਡਿਆਂ ਦੇ ਵਿੱਚ ਸੋਚਦਾ ਸੀ ਕਿ ਇਹਦੇ ਚੋਂ ਬੱਚੇ ਪੈਦਾ ਹੋਣ, ਫਿਰ ਉਹ ਬੱਚੇ, ਫਿਰ ਹੋਰ ਬੱਚੇ, ਫਿਰ ਹੋਰ ਬੱਚੇ, ਫਿਰ ਬਹੁਤ ਵੱਡਾ ਪੋਲਟਰੀ ਫਾਰਮ, ਫਿਰ ਉਹ ਪੋਲਟਰੀ ਫਾਰਮ ਦੇ ਵਿੱਚ ਪਤਾ ਨਹੀਂ ਲੱਖਾਂ ਹੀ ਬੱਚੇ ਪੈਦਾ ਹੋਏ ਨੇ ਕੁੜੀਆਂ ਦੇ। ਫਿਰ ਮੈਂ ਵੇਚਾਂਗਾ, ਵੇਚ ਕੇ ਮਹਿਲ ਪਾਲਾਂਗਾ, ਫਿਰ ਵਿਆਹ ਕਰ ਲੂੰਗਾ, ਫਿਰ ਮੇਰੇ ਬੱਚੇ ਹੋਣਗੇ, ਫਿਰ ਮੇਰੇ ਬੱਚੇ ਕਹਿਣਗੇ ਪਾਪਾ ਸਾਡਾ ਕਹਿਣਾ ਮੰਨ, ਤੇ ਮੈਂ ਸਿਰ ਮਾਰਾਂਗਾ ਨਹੀਂ। ਇੰਨੀ ਗੱਲ ਕਹੀ, ਉਹਨੇ ਸਿਰ ਮਾਰਤਾ। ਮਿੱਠੂ ਰਾਮ ਦੇ ਜਿਹੜੇ ਆਂਡੇ ਸੀ ਉਹ ਥੱਲੇ ਡਿੱਗ ਗਏ, ਉਹ ਡਿੱਗ ਗਏ ਤੇ ਸਾਰੇ ਅੰਡੇ ਟੁੱਟ ਗਏ। ਤੇ ਉਹ ਹਿਸਾਬ ਸਾਡਾ ਨਾ, ਅਸੀਂ ਕਦੇ ਆਂਡਾ ਤੇ ਮੁਰਗਾ ਕੱਢਣਾ, ਨਾ ਮੁਰਗੀ ਕੱਢਣੀ, ਨਾ ਹੀ ਪੋਲਟਰੀ ਫਾਰਮ ਬਣਾਉਣਾ। ਪਰ ਗੱਲੀ ਬਾਤੀਆਂ ਮਨ ਦੇ ਅੰਦਰ ਪਤਾ ਨਹੀਂ ਕਿੰਨੇ ਕੁ ਪੋਲਟਰੀ ਫਾਰਮ ਆਪਾਂ ਬਣਾਏ। ਕੇਵਲ ਸਕੀਮਾਂ, ਆਪਾਂ ਕਰਨਾ ਕਿਤੇ ਵੀ ਨਹੀਂ, ਕਿਉਂਕਿ ਕਰਨ ਦੇ ਲਈ ਮਿਹਨਤ ਲੱਗਣੀ ਆ, ਤੇ ਸਕੀਮਾਂ ਲਾਉਣ 'ਚ ਕੀ ਲੱਗਣਾ ਨਿਜਰ ਸਾਹਿਬ? ਬਿਲਕੁਲ, ਉੱਥੇ ਫ੍ਰੀ 'ਚ ਹੀ ਚੱਲਦਾ ਕੰਮ। ਹਾਂਜੀ, ਹੁਣ ਦੇਖੋ ਇਹ कबीर जी ने क्या, कबीर जो मैं चितवो ना करे, क्या मेरे चितवे होए, अपना चितवे हर करे जो मेरे चित ना होए। ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਤੀਸਰੀ ਪਾਤਸ਼ਾਹੀ ਦਾ ਸ਼ਲੋਕ ਲੱਗਿਆ। ਤੀਸਰੀ ਪਾਤਸ਼ਾਹੀ ਕਹਿੰਦੀ ਹੈ ਮਹੱਲਾ ਤੀਜਾ, ਚਿੰਤਾ ਪੇ ਆਪ ਕਰਾਏ ਸੀ ਅਚਿੰਤ ਵੀ ਆਪੇ ਦੇ, ਨਾਨਕ ਸੋ ਸਲਾਹੀਏ ਜੇ ਸਭਨਾ ਸਾਰ ਕਰੇ। ਕਹਿੰਦੇ ਇਹੀ ਤਾਂ ਚਿੰਤਾ, ਇਹੀ ਤਾਂ ਮਾਲਕ ਪਰਮਾਤਮਾ ਨੇ ਇਹੀ ਤਾਂ ਚੋਗਾ ਪਾਇਆ, ਇਹੀ ਤਾਂ ਖੇਡ ਪਾਈ ਹੋਈ ਹੈ, ਇਹੀ ਤਾਂ ਸਾਰਾ ਜਿਹੜਾ ਹੈਗਾ ਤੈਨੂੰ ਮੋਹ ਮਾਇਆ ਦੀ ਜਾਲ 'ਚ ਵਿੱਚ ਇਹ ਪਾਇਆ, ਮਾਲਕ ਨੇ ਆਪ ਪਾਇਆ, ਉਹ ਆਪ ਕਰਾ ਰਿਹਾ ਇਹ ਚਿੰਤਾ ਵਾਲੀ ਖੇਡ, ਇਹ ਸਾਰੀ ਦੀ ਸਾਰੀ। ਤੇ ਅਚਿੰਤ ਵੀ ਉਹ ਕਰਨ ਵਾਸਤੇ ਉਹਨੇ ਗਾਈਡ ਭੇਜੇ ਹੋਏ ਆ, ਬ੍ਰਹਮ ਗਿਆਨੀ ਹੈਗੇ, ਗਿਆਨ ਹੈਗਾ, ਆ ਗੁਰੂ ਦੀ ਮੱਤ ਹੈਗੀ ਆ 1430 ਅੰਗ ਜਿਹੜੇ ਹੈਗੇ, ਜਿੱਥੋਂ ਮਰਜ਼ੀ ਲੈ ਲਓ, ਇਹਦੇ ਅਨੁਸਾਰ ਚੱਲ ਪੋ ਤੇ ਅਚਿੰਤ ਕਰ ਦਿੰਦਾ, ਉਹ ਚਿੰਤਾ ਤੋਂ ਮੁਕਤ ਕਰ ਦਿੰਦਾ। ਆਹੀ ਯਾਤਰਾ ਹੈਗੀ ਆ, ਚਿੰਤਾ 'ਚੋਂ ਬਾਹਰ ਨਿਕਲਣਾ ਹੈ ਆਪਾਂ ਨੇ, ਇੰਨੀ ਕੀ ਗੇਮ ਹੈਗੀ ਆ। ਮਹੱਲਾ ਤੀਜਾ, ਚਿੰਤਾ ਪੇ ਆਪ ਕਰਾਏ ਸੀ ਅਚਿੰਤ ਵੀ ਆਪੇ ਦੇ, ਨਾਨਕ ਸੋ ਸਲਾਹੀਏ ਜੇ ਸਭਨਾ ਸਾਰ ਕਰੇ। ਬਾਹਰ ਨਿਕਲਣਾ ਹੈ ਤੇ ਪਿਆਰਿਆ ਤੇ ਮਾਲਕ ਨੂੰ ਸਲਾਹੁਣਾ ਕਰ ਦੇ, ਬਸ ਇੱਕ ਮਾਲਕ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆ, ਬਸ ਉਹਦੀ ਯਾਦ ਨੂੰ ਲੈ ਕੇ ਆ, ਤੇ ਬਸ
ਤੇਰਾ ਮਨ ਜਿਹੜਾ ਹੈਗਾ, ਤੇਰੀ ਸੁਰਤ ਜਿਹੜੀ ਹੈਗੀ ਮਾਲਕ ਵੱਲ ਨੂੰ ਤੁਰ ਪਈ, ਤੇ ਸੁਰਤ ਨਹੀਂ ਤਾਂ ਚਿੰਤਾ ਕਰਨੀ ਹੁੰਦੀ ਆ, ਔਰ ਸੁਰਤ ਜਿਹੜੀ ਐਂਗੇਜ ਹੋ ਗਈ ਇਸ ਪਾਸੇ, ਆਪਣੇ ਆਪ ਚਿੰਤਾ ਮੁਕਤ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸੁਰਤੀ ਬਾਹਰ ਮੁਖੀ ਆ। ਸੁਰਤੀ ਸਾਡੀ ਏਦਾਂ ਜਿੱਦਾਂ ਕਹਿ ਲਓ ਗੁੜ ਆ, ਤੇ ਗੁੜ ਤੇ ਵਿਚਾਰਾਂ ਦੇ ਰੂਪ ਮੱਖੀਆਂ ਭਿਣਕ ਭਿਣਕ ਕਰਦੀਆਂ, ਔਰ ਉਹਨਾਂ ਵਿਚਾਰਾਂ ਰੂਪੀ ਮੱਖੀਆਂ ਨੂੰ ਅਸੀਂ ਬਹੁਤ ਸਾਲਾਂ ਤੋਂ ਖੁਰਾਕ ਪਾਉਂਦੇ ਆਏ ਆ, ਬਹੁਤ ਪਾਵਰਫੁਲ ਹੋ ਗਈਆਂ, ਕਿਉਂਕਿ ਬਾਰ-ਬਾਰ ਹਰ ਦਿਨ ਤੁਸੀਂ ਕਿਸੇ ਗੱਲ ਤੇ ਚਿੰਤਨ ਕਰੀ ਜਾਓ ਜੇ ਸਭ ਤੁਹਾਡੇ ਦਿਮਾਗ 'ਚ ਇੱਕ ਹਿੱਸਾ ਬਣ ਜਾਣਾ, ਉਹਦਾ ਪੁਰਜਾ ਬਣ ਜਾਣਾ ਉਹ ਚੀਜ਼ ਦਾ। ਬਿਲਕੁਲ। ਔਰ ਜਦੋਂ ਵੀ ਤੁਹਾਡੀ ਸੁਰਤੀ ਫਰੀ ਹੋਈ, ਉਹ ਖੱਡੇ 'ਚ ਚੱਲ ਜਾ ਕਰਨੀ। ਜਿੱਦਾਂ ਤੁਸੀਂ ਦੇਖਿਆ ਨੀ, ਮੀਂਹ ਪੈਂਦਾ, ਮੀਂਹ ਪਵੇਗਾ ਤੇ ਕੱਚਿਆਂ ਰਸਤਿਆਂ ਦੇ ਵਿੱਚ ਲੀਕਾਂ ਪੈ ਜਾਂਦੀਆਂ। ਹੁਣ ਜਦੋਂ ਅਗਲੀ ਵਾਰੀ ਮੀਂਹ ਪਿਆ ਨਾ, ਸਭ ਤੋਂ ਪਾਣੀ ਪਹਿਲਾਂ ਉਸੇ ਲਾਈਨ 'ਚ ਚੱਲੂਗਾ, ਉਹਦੀ ਲੀਕ 'ਚ ਜਾਊਗਾ। ਇਹੋ ਹਿਸਾਬ ਸਾਡਾ ਹੈ। ਰਾਤ ਨੂੰ ਕੁਦਰਤ ਸਾਨੂੰ ਕੀ ਕਰਦੀ ਆ ਕਿ ਸਾਡੇ ਜਿਹੜਾ ਚਿੱਤ ਦੇ ਉੱਪਰ ਲੀਕਾਂ ਨੇ ਮਿਟਾ ਦਿੰਦੀ ਆ। ਸਾਰੀਆਂ ਫਾਈਲਾਂ ਉੱਠਦੇ ਆ, ਸਾਰੀਆਂ ਫਾਈਲਾਂ ਗੋਰਖੀ ਸਾਹਿਬ, ਸਾਰੀਆਂ ਜਿੰਨੀਆਂ ਫਾਈਲਾਂ, ਜਿੰਨਾ ਚਿੰਤਾ ਕੀਤੀ ਹੋਈ ਹੈ, ਸਾਰਿਆਂ ਨੂੰ ਫਾਈਲਾਂ ਕਲੋਜ਼ ਕਰ ਦਿੰਦੀ ਆ। ਫਿਰ ਪਤੰਦਰ ਜਿਹੜਾ ਹੈ ਨਾ, ਸਰਾਣੇ ਦੇ ਉੱਤੇ ਹੀ ਖੋਲ ਲੈਂਦਾ ਹੈ ਸਾਰੀਆਂ, ਉੱਠਦੇ ਸਾਰ। ਤੇ ਸਵੇਰੇ ਉੱਠਦਿਆਂ ਸਾਰ ਤੁਸੀਂ ਕਹਿੰਦੇ ਵੀ ਆਹ ਕਿੱਥੋਂ ਡਿਲੀਟ ਹੋ ਗਈ, ਜਾਓ। ਨਹੀਂ ਵੀ ਕੀਤੀ, ਤੁਸੀਂ ਲਿਖਣ ਨੂੰ ਫਿਰਦੇ, ਤੁਸੀਂ ਮੋਬਾਈਲ ਤੇ ਨੋਟ ਬਣਾ ਲਓਗੇ ਜਾਂ ਕਿਸੇ ਕਿਤਾਬ ਤੋਂ ਉੱਤੇ ਲਿਖ ਲਓਗੇ। ਇਹੋ ਹਿਸਾਬ ਸਾਡਾ। ਉਹ ਕਹਿੰਦੇ ਆ ਕਿ ਬਈ ਤੂੰ ਟੈਨਸ਼ਨ ਨਾ ਲੈ, ਕਿਉਂਕਿ ਤੇਰਾ ਮਨ ਹੈ ਜਿਹੜਾ, ਉਹ ਸਮਝ ਲਾ ਕਿ ਉਹ ਭਰਮ 'ਚ ਪੈ ਗਿਆ। ਉਹ ਗਲਤ ਨੂੰ ਸਹੀ ਸਮਝ ਰਿਹਾ ਤੇ ਸਹੀ ਨੂੰ ਗਲਤ ਸਮਝ ਰਿਹਾ। ਪਰ ਕਿੰਨਾ ਕੇਵਲ ਮਨ ਦੇ ਅੰਦਰ ਤੇਰੇ ਕਲਪਨਾ ਚੱਲ ਰਹੀ ਹੈ। ਜਿੱਦਾਂ ਇੱਕ ਬੰਦਾ ਐਂਗਜ਼ਾਇਟੀ ਦਾ ਮਰੀਜ਼ ਹੁੰਦਾ ਨਾ, ਉਹ ਔਰਤ ਮੰਨ ਲਓ ਇਹ ਉੱਠੀ ਨਹੀਂ ਹੈ, ਬੈਠੀ ਹੈ, ਲੰਮੇ ਪਈ ਹੈ, ਉਹਨੇ ਕਲਪਨਾ ਕਰਨੀ ਆ ਜੇ ਅਜੇ ਕੰਮ ਵਾਲੀ ਨਾ ਆਈ ਤੇ ਫਿਰ ਭਾਂਡੇ ਕੌਣ ਧੋਊ? ਅੱਛਾ, ਜੇ ਭਾਂਡੇ ਨਾ ਧੋਊ ਤੇ ਮੈਂ ਫਿਰ ਖਾਣਾ ਕਿੱਥੇ ਬਣਾਊ? ਜੇ ਮੈਂ ਖਾਣਾ ਨਾ ਬਣਾਊ, ਮੇਰਾ ਘਰ ਦਾ ਕੀ ਖਾਊ? ਮੇਰੇ ਬੱਚੇ ਕੀ ਖਾਣਗੇ? ਇਹ ਤਾਂ ਮੇਰੇ ਬੱਚੇ ਮੇਰੇ ਭੁੱਖੇ ਚੱਲ ਜਾਣਗੇ। ਤੇ ਜੇ ਭੁੱਖੇ ਚੱਲ ਗਏ ਤੇ ਫਿਰ ਉਹਨਾਂ 'ਚ ਸ਼ਕਤੀ ਕਿੱਥੋਂ ਆਊਗੀ? ਉੱਥੇ ਸਕੂਲ 'ਚ ਇਹਨਾਂ ਦਾ ਦਿਲ ਨਹੀਂ ਲੱਗਣਾ। ਲੋਕੀ ਕੀ ਸੋਚਣਗੇ? ਬੱਚੇ ਦੂਜੇ ਕੀ ਕਹਿਣਗੇ? ਜਦ ਕਿ ਗੱਲ ਇੰਨੀ ਆ ਕਿ ਤੂੰ ਆਪਣੇ ਮਨ ਨੂੰ ਕਹਿ, ਜੇ ਕੰਮ ਵਾਲੀ ਨਹੀਂ ਆਈ ਹੈ ਤੇ ਭਾਂਡੇ ਮੈਂ ਖੁਦ ਧੋ ਲਾਂਗੀ। ਇਹ ਕਿਹੜੀ ਗੱਲ ਹੈ? ਬਿਲਕੁਲ ਸਹੀ ਗੱਲ ਹੈ। ਪਰ ਬੰਦੇ ਦਾ ਮਨ ਏਦਾਂ ਨਹੀਂ ਕਰਦਾ, ਉਹ ਕਹਿੰਦਾ ਚਿੰਤਾ ਕਰਦਾ ਹੈ। ਔਰ ਗੋਰਖੀ ਸਾਹਿਬ ਕਮਾਲ ਦੀ ਗੱਲ ਇਹ ਹੈਗੀ ਬਈ ਕੰਮ ਵਾਲੀ ਆ ਜਾਂਦੀ ਆ। ਇਹ ਬਿਨਾਂ ਮਤਲਬ ਤੋਂ ਹੀ ਉਹ ਰਾਈ ਦਾ ਪਹਾੜ ਬਣਾਉਂਦਾ ਹੈ ਬੰਦੇ ਦਾ ਮਨ। ਔਰ ਇਸੇ ਵਿੱਚ ਸਾਰਾ ਸੰਸਾਰ ਲੱਗਿਆ ਹੈ। ਲੋਕਾਂ ਨੂੰ ਪੁੱਛੋ ਤੁਹਾਡੀ ਕੈਲਕੂਲੇਸ਼ਨ ਕੀਤੀ ਆ, ਉਹਨੂੰ ਕਹਿ ਕਰੋ ਵੀ ਤੁਸੀਂ ਕੈਲਕੂਲੇਸ਼ਨ ਕਰੋ ਕਿੰਨਾ ਜੀ ਤੁਹਾਡਾ ਮਹੀਨੇ ਦਾ ਜੀ 30,000 ਮਲਟੀਪਲਾਈ 12 ਕਿੰਨਾ ਹੋ ਗਿਆ ਜੀ 36,000 ਰੁਪਇਆ। 36,000 ਨੂੰ ਮਲਟੀਪਲਾਈ ਕਰੋ ਜੀ, ਨਹੀਂ 30,000 ਤੇ 30,000 3,60,000 ਰੁਪਇਆ ਬਣਦਾ ਸਾਲ ਦਾ। ਤੇ 3,60,000 ਨੂੰ ਤੁਸੀਂ ਹਿਸਾਬ ਲਾ ਲਓ ਕਿ ਅੱਗੇ ਦੇ ਟਾਈਮ ਨਾਲ। ਤੇ ਪਰ ਬੰਦੇ ਕੋ ਕਰੋੜਾਂ ਹੀ ਆ ਜਾਂਦੇ ਆ, ਬੰਦੇ ਨੂੰ ਫਿਰ ਵੀ ਚੈਨ ਨਹੀਂ ਆਉਂਦਾ, ਹੋਰ ਚਿੰਤਾ ਕਰੀ ਜਾਂਦਾ। ਇਸ ਇੰਨੇ ਪੈਸੇ ਇਕੱਠੇ ਹੋ ਜਾਣਗੇ, ਫਿਰ ਇਹਨੂੰ ਹੋਰ ਚਿੰਤਾ ਲੱਗ ਜਾਣੀ ਆ ਕਿ ਯਾਰ ਪੈਸਾ ਮੇਰੇ ਤੋਂ ਕੋਈ ਖੋ ਕੇ ਨਾ ਲੈ ਜਾਏ। ਇੱਕ ਹੋਰ ਚਿੰਤਾ ਹੈ ਨਹੀਂ, ਇੱਕ ਤਾਂ ਪੈਸਾ ਨਹੀਂ ਹੈਗਾ, ਚਲੋ ਚਿੰਤਾ ਸੀ। ਇੱਕ ਕਈਆਂ ਕੋਲ ਜ਼ਿਆਦਾ ਪੈਸਾ ਆ ਜਾਂਦਾ, ਉਹਨੂੰ ਇਹ ਡਰ ਲੱਗਦਾ ਮੇਰੇ ਤੋਂ ਕੋਈ ਪੈਸੇ ਨਾ ਖੋਲੇ, ਮੇਰੇ ਬੱਚਿਆਂ ਤੋਂ ਕੋਈ ਪੈਸਾ ਨਾ ਖੋਲੇ। ਇਹ ਵੀ ਇੱਕ ਚਿੰਤਾ ਹੈ। ਹਾਂਜੀ ਨਿਜਾ ਸਾਹਿਬ ਅੱਗੇ ਚੱਲੀਏ। ਅੱਗੇ ਫਿਰ ਜਿਹੜਾ ਹੈਗਾ ਇਹ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਆ ਰਿਹਾ ਜੀ, ਮਹੱਲਾ ਪੰਜਵਾਂ, ਕਬੀਰ ਰਾਮ ਨਾ ਚੇਤਿਓ। ਇਹ ਟਾਪਿਕ ਚਿੰਤਾ ਵਾਲਾ ਚੱਲੀ ਜਾ ਰਿਹਾ ਆ। ਕਬੀਰ ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਹੇ। ਕਹਿੰਦੇ ਬਸ ਚਿੰਤਾ ਦੇ ਵਿੱਚ ਹੀ ਲੱਗਿਆ ਰਿਹਾ, ਨਹੀਂ ਹਟਿਆ। ਤੇ ਤੂੰ ਚਿੰਤਾ ਦੇ ਵਿੱਚ ਹੀ ਬਸ 24 ਘੰਟੇ ਜਿਹੜਾ ਚਿੰਤਾ ਲਈ ਜਾਣੀ ਆ। ਤੇ ਲਾਲਚ, ਚਿੰਤਾ ਕੀ ਹੈ? ਲਾਲਚ ਹੈਗਾ, ਆਹ ਮਿਲ ਜੇ, ਆਹ ਮਿਲ ਜੇ, ਇਸ ਤਰ੍ਹਾਂ ਹੋ ਜੇ, ਉਸ ਤਰ੍ਹਾਂ ਹੋ ਜੇ। ਸਾਰਾ ਰਾਮ ਨਾ ਚੇਤਿਓ, ਭਗਤੀ ਵਾਲਾ ਰਸਤਾ ਤੂੰ ਜਿਹੜਾ ਚਿੰਤਾ ਮੁਕਤ ਹੋਣ ਦੀ ਗੱਲ ਤੂੰ ਮੰਨੀ ਨਹੀਂ। ਤੇ ਕੀ ਹੋਊਗਾ? ਮਹਾਰਾਜ ਕਹਿੰਦੇ ਆ ਵੀ ਇਸ ਤੋਂ ਬਾਅਦ ਰਿਜ਼ਲਟ ਕੀ ਨਿਕਲਣਾ ਹੈ, ਐਂਡ ਰਿਜ਼ਲਟ ਵੀ ਤੈਨੂੰ ਮੈਂ ਦੱਸ ਦੇਣਾ ਹੈ। ਮਹੱਲਾ ਪੰਜਵਾਂ, ਕਬੀਰ ਰਾਮ ਨਾ ਚੇਤਿਓ, ਫਿਰਿਆ ਲਾਲਚ ਮਾਹੇ। ਪਾਪ ਕਰਨ ਤਾਂ ਮਰ ਗਿਆ, ਔਦ ਪੁੰਨੀ ਖਿਨ ਮਾਹੇ। ਕਹਿੰਦੇ ਪਾਪ ਕਰਦਾ ਕਿਉਂਕਿ ਤੂੰ ਲਾਲਚ ਦੇ ਵਿੱਚ ਆਏਗਾ, ਤੇ ਲਾਲਚ ਦੇ ਨਾਲ ਤਾਂ ਭਾਈ ਫਿਰ ਜਿਹੜਾ ਹੈਗਾ
ਇਹ ਨਹੀਂ ਦੇਖਦਾ ਕਿ ਮੇਰੀ ਮਾਂ ਆ, ਮੇਰਾ ਪਿਓ ਆ, ਮੇਰਾ ਬੱਚਾ ਆ, ਮੇਰਾ ਭੈਣ ਆ, ਮੇਰਾ ਰਿਸ਼ਤੇਦਾਰ ਆ, ਸਾਰਿਆਂ ਨੂੰ ਜਿਹੜਾ ਹੈਗਾ ਉਹ ਸਾਰਿਆਂ ਨੂੰ ਕੁੰਡੀ ਪਾ ਦਿੰਦਾ। ਕਹਿੰਦਾ ਪਾਪ ਕਰਨ ਤਾਂ ਮਰ ਗਿਆ, ਔਦ ਪੁੰਨੀ ਖਿਨ ਮਾਏ, ਉਮਰ ਗੁਜ਼ਰ ਗਈ। ਕਹਿੰਦੇ ਪਾਪ ਕਰਦੇ ਕਰਦੇ ਦੀ ਕਾਰਨ ਸਰੀਰ ਵਧਾ ਲਿਆ ਔਰ ਪਤਾ ਵੀ ਨਹੀਂ ਲੱਗਿਆ ਕਦੋਂ ਜਿਹੜਾ ਹੈਗਾ ਸੁਪਨਾ ਖਤਮ ਹੋ ਗਿਆ, ਕਦੋਂ ਜਿਹੜਾ ਹੈਗਾ ਬਚਪਨਾ ਗਿਆ, ਕਦੋਂ ਜਵਾਨੀ ਗਈ, ਕਦੋਂ ਬੁਢਾਪਾ ਆ ਗਿਆ ਔਰ ਕਦੋਂ ਜਿਹੜਾ ਹੈਗਾ ਤੋਰਾ ਆ ਗਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਇੱਕ ਬੰਦਾ ਨਾ ਦੂਸਰੇ ਬੰਦੇ ਨੂੰ ਪੁੱਛਦਾ ਹੈ ਕਿ ਹੋਰ ਲਿਆਵਾਂ ਰੋਟੀ, ਖਾਣਾ ਵਧੀਆ ਸਵਾਦ ਬਣਿਆ ਹੋ। ਉਹ ਬੰਦਾ ਕਹਿੰਦਾ ਮੇਰਾ ਢਿੱਡ ਤੇ ਭਰ ਗਿਆ, ਮੇਰੀ ਨੀਂਦ ਨਹੀਂ ਰਹੀ। ਆਪ ਜਸਟ ਦੇਖੋ, ਕਈ ਵਾਰੀ ਏਦਾਂ ਹੁੰਦਾ ਕਿ ਕਹਿੰਦੇ ਕਿ ਬੰਦਾ ਦਾ ਢਿੱਡ ਤੇ ਭਰ ਜਾਂਦਾ, ਫੁੱਲਿਆ ਹੁੰਦਾ, ਅਜੇ ਹੋਰ ਜਗ੍ਹਾ ਨਹੀਂ ਹੈਗੀ ਅੰਦਰ, ਪਰ ਉਹ ਕਹਿੰਦਾ ਮੇਰੀ ਨੀਂਦ ਨਹੀਂ ਰਹੀ, ਮੈਂ ਹੋਰ ਖਾ ਲਾਂ। ਇਹੋ ਹੀ ਬੰਦੇ ਦੀ ਇਹ ਪ੍ਰੋਬਲਮ ਆ, ਜਿਹੜਾ ਬੰਦਾ ਲਾਲਚੀ ਹੁੰਦਾ, ਲਾਲਚ, ਲੋਭ, ਉਹ ਬੰਦੇ ਦੇ ਅੰਦਰ ਮਨ ਚ ਕੇਵਲ ਉਹੀ ਚੀਜ਼ ਘੁੰਮਦੀ ਰਹਿੰਦੀ ਆ ਕਿ ਏਦਾਂ ਕਰ ਲਾਂ, ਉੱਥੋਂ ਖੋਲਾਂ, ਉੱਥੋਂ ਪ੍ਰਾਪਤ ਕਰ ਲਾਂ। ਉਹਦਾ ਜੀਵਨ ਇਸ ਇੱਕ ਨਰਕ ਚ ਲੰਘ ਜਾਂਦਾ। ਉਹ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਮਨ ਬਿਮਾਰ ਆ, ਔਰ ਕਿਤੇ ਕੋਸ਼ਿਸ਼ ਵੀ ਨਹੀਂ ਕਰਦਾ ਰਾਮ ਨੂੰ ਚੇਤੇ ਕਰਨ ਦੀ ਕਿ ਮੈਂ ਜੇ ਕਿ ਰਾਮ ਨੂੰ ਜਪ ਲਵਾਂ, ਉਹਦੀ ਭਗਤੀ ਕਰਦਾ ਤੇ ਉਹ ਮੈਨੂੰ ਅਚਿੰਤ ਕਰ ਦੂਗਾ, ਕਿਉਂਕਿ ਖੁਦ ਆਪ ਅਚਿੰਤ ਹੈ, ਚਿੰਤਾ ਤੋਂ ਰਹਿਤ ਹੈ, ਪਰ ਉਹਦਾ ਗੁਣ ਸਾਡੇ ਚ ਆ ਜਾਊਗਾ। ਤੁਸੀਂ ਚਿੰਤਾ ਕਰੀ ਜਾਓ, ਕਿੱਡਾ ਘਟ ਗਿਆ ਜੀਵਨ। ਫਿਰ ਤੇ ਤੁਸੀਂ ਜੋ ਤੁਹਾਡੇ ਕੋਲ ਹੈਗਾ ਤੁਸੀਂ ਇਹਦਾ ਆਨੰਦ ਵੀ ਨਹੀਂ ਲੈ ਸਕਦੇ। ਚਿੰਤਾ ਏਡੀ ਮਾੜੀ ਚੀਜ਼। ਬਾਣੀ ਕਹਿੰਦੀ ਕਿ ਚਿੰਤਾ ਨਾ ਕਰ, ਨਾ ਤੂੰ ਲਾਲਚ ਕਰ। ਲਾਲਚ ਦੇਖ, ਹਰ ਦਿਨ ਗਾਵਾਂ ਦੇ ਥਣਾ ਚ ਦੁੱਧ ਆ ਜਾਂਦਾ ਨਾ ਨਿੱਜਰ ਸਾਹਿਬ, ਸਵੇਰੇ ਆ ਜਾਂਦਾ, ਮੁੜ ਕੇ ਸ਼ਾਮੀ ਆ ਜਾਂਦਾ, ਤੇ ਤੈਨੂੰ ਰਿਜ਼ਕ ਨਹੀਂ ਮਿਲੂਗਾ? ਦੱਸੋ ਮੈਨੂੰ। ਬਿਲਕੁਲ। ਹਾਂ, ਜੇ ਇੱਕ ਫੁੱਲ ਟੁੱਟਦਾ ਹੈ ਰੁੱਖ ਦੇ ਨਾਲੋਂ, ਦੂਜਾ ਫੇਰ ਫੁੱਲ ਆ ਜਾਂਦਾ ਹੈ, ਤੂੰ ਕਿਉਂ ਨਹੀਂ ਸੋਚਦਾ? ਜੇ ਇੱਕ ਹੀ ਫੁੱਲ ਲੱਗਾ ਰਵੇ, ਜਦੋਂ ਟੁੱਟ ਜੇ ਤੇ ਫਿਰ ਤੇ ਖਤਮ ਕਹਾਣੀ ਹੋ ਗਈ, ਫਿਰ ਪ੍ਰਕਿਰਤੀ ਕੀ ਕਰੂਗੀ? ਪਰ ਏਦਾਂ ਨਹੀਂ ਹੈ। ਇਸੇ ਹੀ ਤਰ੍ਹਾਂ ਤੈਨੂੰ ਹਰ ਦਿਨ ਮੌਕਾ ਮਿਲਦਾ ਹੈ, ਪਰ ਤੇਰਾ ਜਿਹੜਾ ਰਿਜ਼ਕ ਆ ਤੂੰ ਲੱਭੇਂਗਾ ਤੇ ਤੈਨੂੰ ਜ਼ਰੂਰ ਮਿਲ ਜਾਏ, ਪੱਕਾ ਮਿਲੇਗਾ। ਤੂੰ ਚਿੰਤਾ ਕਰੇਂਗਾ ਤੇ ਫਾਇਦਾ ਕੁਛ ਵੀ ਨਹੀਂ। ਐਵੇਂ ਚਿੰਤਾ ਕਰੀ ਜਾ, ਫਿਰ ਤੈਨੂੰ ਮਾਨਸਿਕ ਬਿਮਾਰੀਆਂ ਲੱਗ ਜਾਣਗੀਆਂ, ਐਨਜ਼ਾਈਟੀ ਕਹਿੰਦੇ ਉਹਨੂੰ। ਤੇ ਜਦੋਂ ਬੰਦਾ ਅੱਗੇ ਚਿੰਤਾ ਕਰੀ ਜਾਂਦਾ ਤੇ ਉਹਨੂੰ ਕੀ ਹੁੰਦੀ ਆ? ਉਹਨੂੰ ਐਨਜ਼ਾਈਟੀ ਲੱਗ ਜਾਂਦੀ, ਚਿੰਤਾ ਦੀ ਬਿਮਾਰੀ। ਚਿੰਤਾ ਕਾਹੇ ਕੀਤੀ ਆ? ਬਾਣੀ ਕਹਿੰਦੀ। ਫਿਰ ਜਿਹੜਾ ਬੰਦਾ ਬੀਤੇ ਸਮੇਂ 'ਚ ਚੱਲਦਾ, ਮੇਰਾ ਇੱਕ ਦੋਸਤ ਆ, ਨਾਂ ਨਹੀਂ ਲਵਾਂਗਾ ਉਹਦਾ ਮੈਂ, ਉਹ ਬੰਦੇ ਤਾਂ ਮੈਂ ਉਹ ਵੇਖਿਆ, ਮੈਨੂੰ ਨਾ ਮੇਰੇ ਨਾਲ ਕਈ ਗੱਲਾਂ ਕਰਦਾ ਤੇ ਨਿੱਜਰ ਸਾਹਿਬ ਉਹ ਗੱਲਾਂ ਰਿਪੀਟ ਬਹੁਤ ਕਰਦਾ। ਮੈਂ ਮਹਿਸੂਸ ਕੀਤਾ ਇਹ ਬੰਦਾ ਯਾਰ ਗੱਲਾਂ ਤੇ ਗੱਲਾਂ ਮਤਲਬ ਨਾ ਰਿਪੀਟ ਬੜਾ ਕਰਦਾ ਹੈ। ਇੱਕ ਗੱਲ ਮੈਨੂੰ 3 ਵਾਰੀ ਇਹਨੇ 4 ਵਾਰੀ ਕਹੀ ਹੈ। ਚਲੋ 1-1.5 ਵਾਰੀ ਤੇ ਓਕੇ ਨੋਰਮਲ ਹੀ ਆ, ਪਰ ਮੈਂ ਮਹਿਸੂਸ ਕਰਦਾ ਕਿ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗਣ ਦਿਆ, ਉਹ ਗੱਲਾਂ ਰਿਪੀਟ ਕਰ ਰਿਹਾ। ਇਹਦਾ ਮਤਲਬ ਉਹ ਡਿਪਰੈਸ ਹੋ ਗਿਆ ਵਾ। ਉਹ ਡਿਪਰੈਸ ਹੋਣ ਦਾ ਮਤਲਬ ਕੀ ਆ? ਉਹ ਕੋਈ ਪੁਰਾਣੀ ਫਿਲਮ ਚਲਾ ਰਿਹਾ ਆਪਣੇ ਅੰਦਰ, ਉਹਨੂੰ ਪਤਾ ਨਹੀਂ ਲੱਗਣ ਦਿਆ, ਉਹਨੂੰ ਹਰ ਦਿਨ ਪਲੇ ਕਰੀ ਜਾਂਦਾ, ਹਰ ਦਿਨ ਪਲੇ ਕਰੀ ਜਾਂਦਾ, ਔਰ ਇੱਕ ਸਮਾਂ ਆਊਗਾ ਤੁਹਾਡਾ ਹੈਡ ਖਰਾਬ ਹੋ ਜਾਣਾ। ਬਿਲਕੁਲ ਹੋ ਜਾਣਾ ਗੋਰਖੀ ਸਾਹਿਬ, ਇਹ ਤਾਂ ਬਿਲਕੁਲ ਜਿਹੜਾ ਹੈਗਾ ਪਰਤਿਆਈ ਹੋਈ ਗੱਲ ਹੈਗੀ, ਬਿਲਕੁਲ ਖਰਾਬ ਹੋ ਜਾਏਗਾ। ਬਿਲਕੁਲ। ਹਾਂ, ਮੈਂ ਤੁਹਾਨੂੰ ਪਲੀਜ਼ ਵਾਰਨ ਕਰਦਾ ਜੀ, ਪਲੀਜ਼ ਪਿੱਛੇ ਨਾ ਜਾਇਓ ਕਿਤੇ। ਜਿੱਥੇ ਤੁਸੀਂ ਸੈਟਿੰਗ ਕਰਨ ਦੇ ਜੋ ਨਾ, ਜਿੱਥੇ ਜਾ ਕੇ ਸਹੀ ਕਰਨ ਦੇ ਜੋ, ਮੈਂ ਇੰਝ ਕਰਦਾ, ਮੈਂ ਉਂਝ ਕਰੂੰਗਾ, ਕਰ ਲੈਂਦਾ, ਉੱਥੇ ਕੁਛ ਨਹੀਂ ਜੋ ਹੋਣਾ। ਉੱਥੇ ਜੋ ਹੋਣਾ ਹੋ ਗਿਆ, ਉੱਥੇ ਲਿਖਿਆ ਗਿਆ ਆਲਰੇਡੀ। ਨਾ ਅੱਗੇ ਤੇ ਨਾ ਪਿੱਛੇ, ਇੱਥੇ ਜੋ ਹੋਣਾ ਹੋ ਰਿਹਾ, ਇੱਥੇ ਹੀ ਤੁਸੀਂ ਕੁਛ ਕਰ ਸਕਦੇ ਆ, ਔਰ ਤੁਹਾਡੇ ਪੱਲੇ ਵੀ ਇਹੋ ਕੁਝ ਆ। ਔਰ ਜਿਨ੍ਹਾਂ ਨੂੰ ਸੈੱਟ ਕਰਨਾ, ਜਿਨ੍ਹਾਂ ਨੂੰ ਸੈੱਟ ਕਰਨਾ ਹੈ ਗੋਰਖੀ ਸਾਹਿਬ, ਉਹ ਤਾਂ ਕਦੋਂ ਦੇ ਚਲੇ ਗਏ। ਉਹ ਤੇ ਸੈੱਟ ਹੋ ਗਏ ਨੇ, ਪੱਕੇ ਸੈੱਟ ਹੋ ਗਏ। ਇਸ ਕਰਕੇ ਇਹ ਨਾ ਹੋਵੇ ਕਿ ਤੁਸੀਂ ਡਿਪਰੈਸ਼ਨ 'ਚ ਚੱਲ ਜਾਓ। ਜਿਹੜੇ ਲੋਕ ਡਿਪਰੈਸ਼ਨ 'ਚ ਜਾ ਰਹੇ ਨੇ, ਇਹਦਾ ਮਤਲਬ ਤੇ ਇਹੋ ਹੀ ਆ ਕਿ ਉਹ ਪਿੱਛੇ ਜਾ ਰਿਹਾ ਹੈ, ਜਿੱਥੇ ਨਦੀ ਦਾ ਪਾਣੀ ਜਾ ਚੁੱਕਿਆ, ਹੁਣ ਉੱਥੇ ਕੁਛ ਵੀ ਨਹੀਂ ਕਰ ਸਕਦੇ। ਹੁਣ ਤੇ ਨਵਾਂ ਪਾਣੀ ਆ ਰਿਹਾ ਤੁਹਾਡੇ ਪੁਲ ਦੇ ਥੱਲੇ। ਤੁਹਾਡਾ ਜੀਵਨ ਜਿਹੜਾ ਨਦੀ ਦੇ ਪੁਲ ਵਾਲਾ ਹਿਸਾਬ ਆ, ਥੱਲੋਂ ਦੀ ਪਾਣੀ ਲੰਘ ਰਿਹਾ ਤਾਜ਼ਾ ਤਾਜ਼ਾ। ਜਿਹੜਾ ਲੰਘ ਗਿਆ ਉਹ ਲੰਘ ਗਿਆ, ਤੁਸੀਂ ਉਹਨੂੰ ਦੁਬਾਰਾ ਨਹੀਂ ਘੁਮਾ ਕੇ ਲਿਆ ਸਕਦੇ। ਕਿੱਥੋਂ ਲੈ ਆਓਗੇ? ਉੱਥੇ ਲੰਘ ਗਿਆ। ਜੀਵਨ ਰੂਪੀ ਨਦੀ ਦੇ ਵਿੱਚ ਜਿਹੜੀ ਚੀਜ਼ ਬੀਤ ਗਈ ਗਈ। ਹਾਂ, ਅੱਗੇ ਭਵਿੱਖ 'ਚ ਅਸੀਂ ਨਾ ਕਰੀਏ, ਇੱਥੇ ਆਪਸ਼ਨ ਹੈਗਾ। ਬਾਕੀ ਜਿਹੜਾ ਲੰਘ ਗਿਆ ਉਹ ਤੇ ਗਿਆ, ਉੱਥੇ ਕੁਛ ਨਹੀਂ ਕੀਤਾ ਜਾ ਸਕਦਾ। ਤੁਸੀਂ ਸਹਿਣ ਕਰਕੇ ਵੇਖ ਲਓ,
ਦੁਬਾਰਾ ਸਹੀ ਕਰ ਦਿਓ ਇਹਨੂੰ, ਕਰ ਸਕਦੇ ਇਹਨੂੰ ਸਹੀ, ਤੇ ਫਿਰ ਜੀਵਨ ਜਿਹੜਾ ਬੀਤ ਗਿਆ ਤੁਸੀਂ ਉਹਨੂੰ ਕਿੱਦਾਂ ਸਹੀ ਕਰ ਦਿਓ? ਉਹ ਵੀ ਨਹੀਂ ਸਹੀ ਹੋਣਾ। ਹਾਂ, ਇਹ ਆ ਕਿ ਉਹ ਜਿਹੜੀਆਂ ਗਲਤੀਆਂ ਹੋਈਆਂ ਵਾ ਆਪਾਂ ਦੁਬਾਰਾ ਨਾ ਕਰੀਏ। ਸਹੀ ਹੈ ਨਜਰ ਸਾਹਿਬ? ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਔਰ ਦੂਸਰੀ ਚੀਜ਼ ਇਹ ਹੈ ਕਿ ਆਪਾਂ ਨਾ ਤਾਂ ਪਿਛਲਾ ਠੀਕ ਕਰ ਸਕਦੇ ਹਾਂ, ਨਾ ਆਪਾਂ ਕਿਸੇ ਹੋਰ ਨੂੰ ਸੁਧਾਰ ਸਕਦੇ ਹਾਂ। ਹਾਂ, ਜੇ ਆਪਾਂ ਆਪਣੇ ਆਪ ਨੂੰ ਸੁਧਾਰ ਲਈਏ, ਇਸ ਤੋਂ ਵੱਡੀ ਉਪਲਬਧੀ ਕੋਈ ਨਹੀਂ ਹੈਗੀ। ਬਸ ਆਹੀ ਹੈ। ਹਾਂ ਹਾਂ, ਬਿਲਕੁਲ ਸਹੀ ਨਜਰ ਸਾਹਿਬ। ਲੈਣੀ ਇੱਕ ਤੋਂ ਹੋਰ? ਹਾਂਜੀ ਹਾਂਜੀ ਹਾਂਜੀ, ਇੱਕ ਹੋਰ ਲੈ ਲਈ ਆਪਾਂ ਕਬੀਰ ਸਾਹਿਬ ਦੀ। ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ। ਕਬੀਰ ਜੀ ਕਹਿੰਦੇ ਦੇਖ, ਤੇਰਾ ਸਰੀਰ ਹੈਗਾ ਮਿੱਤਰਾ, ਇਹਨੂੰ ਤੂੰ ਸਮਝਦਾ ਇਹ ਤਾਂ ਬਸ, ਇਹ ਤਾਂ ਕਦੀ, ਮੈਂ ਤਾਂ ਕਦੀ ਮਰਨਾ ਹੀ ਨਹੀਂ ਹੈ, ਮੈਂ ਤਾਂ ਐਵੇਂ ਹੀ ਜਵਾਨ ਰਹਿਣਾ ਹੈ, ਐਵੇਂ ਹੀ ਸਾਰਾ ਕੁਛ, ਐਵੇਂ ਹੀ ਪਦਾਰਥ, ਐਵੇਂ ਹੀ ਰਸ ਦੁਨੀਆ ਦੇ ਸਾਰੇ ਮੈਂ ਐਵੇਂ ਭੋਗਦੇ ਰਹਿਣਾ ਹੈ ਭਾਈ। ਹਾਂ, ਮੇਰੇ ਪਰਿਵਾਰ, ਮੇਰਾ ਸਾਕ ਸੰਬੰਧੀ, ਮੇਰੀ ਸਾਰੀ ਟੈਟਰੀ ਐਵੇਂ ਹੀ ਰਹੂਗੀ ਹਮੇਸ਼ਾ। ਕਹਿੰਦੇ ਪਿਆਰਿਆ, ਇਹ ਕੱਚਾ ਆ ਭਾਂਡਾ ਤੇਰਾ, ਜਿਹੜਾ ਕੱਚੀ ਕੁੱਜੀ ਹੈਗੀ, ਛੋਟੀ ਜੀ ਕਾਇਆ ਕਾਚੀ ਕਾਰਵੀ। ਕਾਰਵੀ ਕਹਿੰਦੇ ਛੋਟਾ ਜਿਹਾ ਬਰਤਨ ਆ, ਕੁੱਜਾ ਗੜਵਾ ਛੋਟਾ, ਕੱਚ ਦਾ ਕਹਿ ਲਓ, ਮਿੱਟੀ ਦਾ ਕਹਿ ਲਓ। ਕੇਵਲ ਕਾਚੀ ਧਾਤ, ਕਹਿੰਦੇ ਸਿਰਫ ਜਿਹੜੀ ਹੈਗੀ ਕੱਚੀ ਮਿੱਟੀ ਦੀ ਬਣੀ ਹੋਈ ਆ ਪਿਆਰਿਆ, ਇਹਨੇ ਟੁੱਟ ਜਾਣਾ ਹੈ, ਇਹਨੇ ਟੁੱਟ ਜਾਣਾ ਹੈ। ਸਾਬਤ ਰੱਖੇ ਤਾਂ ਰਾਮ ਭਜ, ਨਾ ਹੈ ਤਾਂ ਬਿੰਠੀ ਬਾਤ। ਦੇਖ ਲਾ ਪਿਆਰਿਆ, ਜੇ ਚਾਹੁੰਦਾ ਆ ਇਹ ਸਰੀਰ ਦਾ ਕੋਈ ਉਪਯੋਗ ਹੋ ਜਾਏ, ਇਹਦਾ ਕੋਈ ਲਾਭ ਹੋ ਜਾਏ, ਇਹ ਸਾਬਤ ਜਿਹੜਾ ਹੈਗਾ ਇਹਦੇ ਨਾਲ ਕੋਈ ਕੰਮ ਕਰ ਲਿਆ ਜਾਏ ਜਿਹਦੇ ਵਾਸਤੇ ਇਹ ਮਿਲਿਆ ਹੈਗਾ, ਤੇ ਪਰਮੇਸ਼ਰ ਦਾ ਭਜਨ ਕਰਨਾ ਸ਼ੁਰੂ ਕਰ ਦੇ। ਨਾ ਹੈ ਤਾਂ ਬਿੰਠੀ ਬਾਤ, ਨਹੀਂ ਤਾਂ ਤੇਰੀ ਜਿਹੜੀ ਹੈਗੀ ਆ, ਤੇਰੀ ਗੱਲ ਜਿਹੜੀ ਹੈਗੀ ਆ, ਤੇਰਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਗੱਲ, ਤੇ ਤੂੰ ਜਿਹੜੇ ਜਿਸ ਮਕਸਦ ਦੇ ਵਾਸਤੇ ਦੁਨੀਆ 'ਚ ਆਇਆ ਪਿਆਰਿਆ, ਉਹ ਗੱਲ ਖਰਾਬ ਹੋ ਜਾਣੀ ਆ, ਵਿਗੜ ਜਾਣੀ ਆ ਭਾਈ। ਹਾਂਜੀ ਵੀਰ ਜੀ। ਹਾਂਜੀ, ਸਾਧ ਸੰਗਤ ਜੀ, ਉਹ ਕਹਿੰਦੇ ਨੇ ਕਿ ਸਰੀਰ ਤੁਹਾਡਾ ਜਿਹੜਾ ਨਾ ਕੱਚਾ, ਘੜੇ ਵਾਂਗੂ ਕੱਚਾ ਹੈ। ਹਾਂ, ਤੇ ਇਹ ਹਰ ਦਿਨ ਖੁਰਦਾ ਪਿਆ। ਇਹ ਨਾ ਹੋਵੇ ਕਿ ਤੂੰ ਕੇਵਲ ਵਿਕਾਰਾਂ ਦੇ ਵਿੱਚ ਇਹਨੂੰ ਸਾਰਾ ਖੋਰ ਦੇ, ਖਤਮ ਕਰ ਲੈ, ਜੀਵਨ ਬਤੀਤ ਕਰ ਦੇ। ਖੁਰਨਾ ਤੇ ਹੈਗਾ ਹੀ ਹੈ ਨਜਰ ਸਾਹਿਬ। ਹੁਣੇ ਵੀ ਆ ਜਿਹੜਾ ਕੱਲ ਦਾ ਦਿਨ ਗਿਆ, ਉਹ ਤੇ ਘਟ ਗਿਆ ਨਾ ਇੱਕ। ਜਿਹੜਾ ਕੱਲ ਆਊਗਾ ਉਹ ਵੀ ਚੜ ਜਾਊਗਾ। ਹੁਣ ਕਈ ਰਾਤੀ ਜਿਹੜੇ ਸੁੱਤੇ ਨੇ, ਉਹ ਸਵੇਰੇ ਥੋੜੀ ਉੱਠਦੇ ਨੇ, ਕਈ ਚੱਲ ਜਾਂਦੇ ਨੇ ਵਿਚਾਰੇ, ਸਾਰੇ ਨਹੀਂ ਉੱਠਦੇ। ਬਿਲਕੁਲ ਇਸੇ ਤਰ੍ਹਾਂ ਇਹ ਜੀਵਨ ਹੈ, ਕੱਚਾ ਜੀਵਨ ਹੈ। ਜੀਵਨ ਚ ਮਨਿਆ ਤੇ ਉਹਨੀ ਕੀ ਕੱਚਾ ਜੀਵਨ ਵੇਖਿਆ, ਕਲਰ ਲੱਗਾ ਹੁੰਦਾ, ਹਰ ਦਿਨ ਹੀ ਮਿੱਟੀ ਭੁਰਦੀ ਜਾਂਦੀ। ਉਸੇ ਤਰ੍ਹਾਂ ਸਾਡਾ ਜੀਵਨ, ਇਹ ਨਾ ਹੋਵੇ ਕਿ ਮਿੱਟੀ ਸਾਰੀ ਖੁਰ ਜੇ ਤੇ ਮੁੜ ਕੇ ਫਿਰ ਅਸੀਂ ਕਹੀਏ ਕਿ ਕੁਛ ਕਰਨਾ ਹੀ ਆ, ਫਿਰ ਕਰਨਾ ਕੀ, ਉਹ ਪੱਲੇ ਕੁਛ ਨਹੀਂ ਰਿਹਾ। ਇਸ ਕਰਕੇ ਜਿਵੇਂ ਸਰੀਰ ਖੁਰਦਾ ਪਿਆ ਵਾ, ਇਹਨੂੰ ਨਾਲ ਸਾਂਭੀਏ। ਹੁਣ ਕੱਲ ਦੀ ਪਤਨੀ ਕਥਾ ਦੇ ਵਿੱਚ ਆਇਆ ਸੀ, ਉਹ ਕਹਿੰਦੇ 24 ਘੰਟਿਆਂ ਚ ਤੂੰ ਸੋਚੇ ਮੈਂ ਬੁਢਾਪੇ 'ਚ ਜਾ ਕੇ ਨਾਮ ਜਪੂੰਗਾ, ਏਦਾਂ ਦਾ ਟਾਈਮ ਕੋਈ ਨਹੀਂ ਹੋਣਾ। ਜੋ ਵੀ ਤੂੰ ਕਰਨਾ ਹੈ ਨਾਲ ਹੀ ਥੋੜੇ ਜਿਹੇ ਕਹਿੰਦੇ ਦਾਣੇ ਕੱਢ ਕੇ ਖਾਈ ਜਾ ਨਾਲ। ਹਾਂ, ਮਿੱਟੀ 'ਚ ਆਟਾ ਮਿੱਟੀ 'ਚ ਡਿੱਗਿਆ ਤੇਰੇ ਕੰਮ ਨਹੀਂ ਆਉਣਾ। ਹਾਂ, ਜਿਹੜਾ ਆਟਾ ਸੀ ਕਹਿੰਦੇ, ਉਹ ਕਣਕ ਨਹੀਂ ਡਿੱਗੀ, ਉਹ ਜਿਹੜੀ ਤੂੰ ਕੱਢ ਲੇਗਾ ਆਟਾ ਹੀ। ਇੱਥੇ ਵੀ ਉਹ ਗੱਲ ਸਮਝਾਉਂਦੇ ਕਿ ਕਹਿੰਦੇ ਨਹੀਂ, ਤੇਰਾ ਸਰੀਰ ਕੱਚਾ ਹੈਗਾ। ਇਸ ਕਰਕੇ ਤੂੰ ਗੁਰੂ ਨਾਨਕ ਪਾਤਸ਼ਾਹ ਵਾਂਗੂ ਸੋਚ ਰੱਖ, ਹਮ ਆਦਮੀ ਹਾਂ ਇੱਕਦਮੇ। ਇਹਦਾ ਪ੍ਰਯੋਗ ਕਰਨਾ, ਦੁਰਪ੍ਰਯੋਗ ਨਹੀਂ ਕਰਨਾ। ਹਾਂਜੀ ਨਜਰ ਸਾਹਿਬ, ਇੱਕ ਹੋਰ ਲੈ ਲਈਏ ਆਖਰੀ। ਕਬੀਰ ਕੇਸੋ ਕੂਕੀਏ, ਨਾ ਸੋਈਏ ਆਸਾਰ। ਕਹਿੰਦੇ ਦੇਖ ਲਾ ਪਿਆਰੇ, ਜੀਵਨ ਦੇ ਵਿੱਚ ਸੋਚ ਵੀ ਸਾਰ ਕੀ ਚੀਜ਼ ਹੈਗੀ ਆ, ਔਰ ਜਿਹੜਾ ਹੈਗਾ ਆਸਾਰ ਕਹਿੰਦੇ ਆ ਜਿਹਦੇ 'ਚੋਂ ਕੁਛ ਮਿਲਣਾ ਮਿਲਾਉਣਾ ਨਹੀਂ ਹੈਗਾ, ਉਹ ਕੀ ਚੀਜ਼ ਆ ਆਸਾਰ। ਆ ਸਾਰਾ ਜੋ ਵੀ ਸਵਾਦ ਚੋਗਾ ਪਾਇਆ ਆ, ਇਹ ਸਿਰਫ ਜਿਹੜੀ ਇਹਦੇ 'ਚੋਂ ਜ਼ਰੂਰਤ ਜਿਹੜੀ ਹੈ ਆਪਣੇ ਸਰੀਰ ਨੂੰ ਜਿਹੜਾ ਹੈਗਾ ਤੰਦਰੁਸਤ ਰੱਖਣ ਦੀ, ਔਰ ਆਪਣੀ ਯਾਤਰਾ ਦੇ ਉੱਤੇ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਮਿਲਿਆ ਹੋਇਆ ਸਾਰਾ ਸਮਾਨ ਟੱਬਰ ਜੋ ਵੀ ਆਪਾਂ ਨੂੰ ਮਿਲਿਆ, ਬਈ ਯਾਤਰੂ ਜਿਹੜਾ ਹੈਗਾ ਯਾਤਰਾ 'ਤੇ ਚੱਲਦਾ ਰਹੇ, ਔਰ ਜਿਹੜਾ ਹੈਗਾ ਇਹ ਯਾਤਰਾ ਆਪਣੀ ਬੰਦ ਨਾ ਹੋਏ। ਕਹਿੰਦੇ ਸਾਰ ਤਾਂ ਇਹ ਹੈਗਾ ਭਾਈ, ਕੇਸੋ ਕਬੀਰ ਕੇਸੋ ਕੂਕੀਏ, ਮਾਲਕ ਨੂੰ ਯਾਦ ਕਰੀਏ, ਉਹ ਕੇਸ਼ਵ ਨੂੰ, ਉਸ ਮਾਲਕ ਨੂੰ ਯਾਦ ਕਰੀਏ। ਨਾ ਸੋਈਏ ਆਸਾਰ, ਇਹ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਜਿਹੜਾ ਜਿਹਨਾਂ 'ਚ ਕੋਈ ਸਾਰ ਨਹੀਂ ਮਿਲਣ ਵਾਲਾ, ਕੋਈ ਫਾਇਦਾ ਨਹੀਂ ਹੋਣ ਵਾਲਾ, ਇਹਦੇ ਵਿੱਚ ਸੁੱਤੇ ਨਾ ਰਹੀਏ ਭਾਈ। ਰੱਬ ਨੂੰ ਯਾਦ ਕਰੀਏ ਜੀਵਨ ਦੇ ਵਿੱਚ।
रात दिवस के कूक ने कबहू के सुने पुकार। देख ला प्यारिया, तू याद करेगा और कदी ना तेरी गल बन जानी आ। ਉਹ ਮਾਲਕ ਜਿਹੜਾ ਹੈਗਾ ਉਹਨੇ ਖੁਸ਼ ਹੋ ਜਾਣਾ ਤੇਰੇ ਉੱਤੇ ਔਰ ਕਰ ਦੇਣੀ ਹੈ ਦਾਤ ਤੇਰੇ ਨੂੰ। ਹਾਂਜੀ ਵੀਰ ਜੀ। ਹੁਣ ਅਸਾਰ ਦਾ ਮਤਲਬ ਪਤਾ ਹੀ ਹੈ ਨਾ, ਜਿਹੜਾ ਮਤਲਬ ਅਸਾਰ ਆ, ਫੋਕ ਅਸਾਰ ਤੇ ਮਤਲਬ ਹੋ ਗਿਆ ਕਿ ਜੂਸ ਕੱਢ ਲਿਆ। ਅਸਾਰ ਦਾ ਮਤਲਬ ਕੋਈ ਫਾਇਦਾ ਨਹੀਂ ਹੋਇਆ, ਹੈ ਨਾ ਨਿਜਾ ਸਾਹਿਬ? ਬਿਲਕੁਲ ਫੋਕ ਕਹਿ ਲਓ, ਅਸਾਰ ਦਾ ਮਤਲਬ ਹੈ ਫੋਕ। ਫੋਕ ਹਾਂ, ਕੁਛ ਪ੍ਰਾਪਤੀ ਨਹੀਂ। ਐਵੇਂ ਤੁਮ ਕਿਉਂ ਦੌੜੇ ਤੇ ਤੁਮ ਦੌੜੇ ਤਾਂ ਹਮ ਵੀ ਦੌੜੇ। ਇਹ ਵੇਖ ਕੇ ਭੱਜਣਾ ਸ਼ੁਰੂ ਕਰ ਦੋ। ਬਾਬਾ ਉਹ ਤਾਂ ਕਿਸੇ ਕੰਮ ਨਹੀਂ ਚੱਲਿਆ, ਤੁਸੀਂ ਕਿੱਥੇ ਜਾਣਾ? ਤੁਹਾਡਾ ਤਾਂ ਰਸਤਾ ਕੋਈ ਹੋ ਰਿਹਾ। ਇਸ ਕਰਕੇ ਅਸਾਰ ਗੱਲ ਨਹੀਂ ਕਰਨੀ ਚਾਹੀਦੀ ਜ਼ਿੰਦਗੀ। ਸਾਰ ਜਿਹਦਾ ਹੈਗਾ ਵਾ, ਜਿਹਦਾ ਕੋਈ ਮਤਲਬ ਹੈ, ਉਹ ਕੰਮ ਕਰਨਾ ਚਾਹੀਦਾ। ਫਿਰ ਉਹ ਕਹਿੰਦੇ ਕਿ ਜਦੋਂ ਅਸੀਂ ਬਾਰ-ਬਾਰ ਉਸ ਨੂੰ ਪੁਕਾਰਾਂਗੇ, ਇੱਕ ਨਾ ਇੱਕ ਦਿਨ ਉਹਨੇ ਪੁਕਾਰ ਸੁਣ ਹੀ ਲੈਣੀ ਆ। ਬਿਲਕੁਲ ਸੁਣ ਲੈਣੀ। ਉਹਨੇ ਦੁਨੀਆ ਬਣਾਈ ਇਸੇ ਵਾਸਤੇ ਆ ਵੀ ਕੋਈ ਪੁਕਾਰੇ ਤਾਂ ਸਹੀ, ਕੋਈ ਪੁਕਾਰਦਾ ਹੀ ਨਹੀਂ। ਕਹਿੰਦੇ ਮੈਨੂੰ ਕੋਈ ਯਾਦ ਹੀ ਨਹੀਂ ਕਰ ਰਿਹਾ। ਐਸੀ ਮਾਇਆ ਮੇਰੀ ਪੁਕਾਰਦਾ ਤੇ ਜ਼ਬਰਦਸਤ ਆ। ਪੁਕਾਰਦੇ ਤੇ ਹੈਗੇ ਨਿਜਲ ਸਾਹਿਬ, ਮੂਰਤੀਆਂ ਨੂੰ ਪੁਕਾਰਦੇ ਆ। ਬਿਲਕੁਲ, ਜੜ ਨੂੰ, ਪੱਥਰਾਂ ਨੂੰ, ਪਾਣੀ ਨੂੰ, ਸੂਰਜ ਨੂੰ, ਇਹਨਾਂ ਚੀਜ਼ਾਂ ਨੂੰ ਪੁਕਾਰਦੇ ਆ। ਪਰਮਾਤਮਾ ਤੇ ਕੋਈ ਜਾਂਦਾ ਹੀ ਨਹੀਂ, ਡਰਦਾ। ਆਕਾਰ ਨੂੰ ਹੀ ਪੁਕਾਰਦੇ, ਆਕਾਰ ਨੂੰ ਪੁਕਾਰਦੇ ਆ ਬਸ। ਕਿਉਂਕਿ ਲੋਕਾਂ ਨੇ ਆਕਾਰ ਦੇ ਨਾਲ ਹੀ ਜੋੜਿਆ। ਉਦੋਂ ਬਾਬਾ ਜੀ ਕਹਿੰਦੇ ਨੇ, ਪਤਾ ਨਹੀਂ ਉਹ ਕਿਹੜਾ ਬਾਬਾ, ਉਹ ਬਾਬਾ ਜੀ ਕਹਿੰਦੇ ਕਿ ਅਸੀਂ ਤੇ ਨਾਮ ਜਿਹੜਾ ਉਹਨਾਂ ਬਾਬੇ ਤੋਂ ਲਿਆ ਸੀ। ਉਹ ਕਹਿੰਦੇ ਫਿਰ ਤੁਸੀਂ ਏਦਾਂ ਕਰੋ ਕਿ ਉਹਨਾਂ ਬਾਬਿਆਂ ਦੀ ਤਸਵੀਰ ਆਪਣੇ ਅੰਦਰ ਧਿਆਨ ਚ ਲਿਆਓ। ਲਓ ਨਿਜਾ ਸਾਹਿਬ। ਤੇ ਜਿਹੜੀ ਨਵੀਂ ਸੰਗਤ ਉਹ ਕੀ ਕਰਨਗੇ? ਉਹ ਜੀ ਤੁਸੀਂ ਸਾਡੀ ਤਸਵੀਰ ਅੰਦਰ ਲਿਆਓ, ਜਿੰਨਾ ਮੇਰੇ ਤੋਂ ਨਾਮ ਲਿਆ। ਦੇਖੋ ਕਿੱਦਾਂ ਦੇ ਲੋਕ ਨੇ। ਔਰ ਚੰਗੀ ਭਲੀ ਪੰਜਾਬ ਦੇ ਵਿੱਚ ਸੰਸਥਾ ਹੈ, ਆਪਾਂ ਨਾਮ ਨਹੀਂ ਲਵਾਂਗੇ। ਮੈਂ ਪਹਿਲਾਂ ਬੋਲ ਤੇ ਦਿੰਦਾ ਸੀ, ਹੁਣ ਨਹੀਂ ਦਿਲ ਕਰਦਾ। ਕੋਈ ਇੱਕ ਕੀ ਪ੍ਰਕਿਰਤੀ ਦਾ ਨਿਯਮ। ਉਹ ਵਿਚਾਰੇ ਕਹਿੰਦੇ ਵੀ ਤੁਸੀਂ ਸਾਡਾ ਧਿਆਨ ਰੱਖੋ, ਸਾਡੀ ਫੋਟੋ ਨੂੰ ਅੰਦਰ ਲੈ ਕੇ ਆਓ। ਆਪ ਜਸਟ ਦੇਖੋ, ਤੇ ਲੋਕੀ ਸੋਚਦੇ ਕਿ ਉੱਥੇ ਰੱਬ ਦੀ ਗੱਲ ਹੁੰਦੀ ਆ। ਰੱਬ ਦੀ ਗੱਲ ਤੇ ਹੁੰਦੀ ਨਹੀਂ ਆ। ਰੱਬ ਦਾ ਨਾਂ ਇਹ ਲੋਕ ਇਸਤੇਮਾਲ ਕਰ ਲੈਂਦੇ, ਰੱਬ ਦੀ ਆੜ ਦੇ ਵਿੱਚ ਬੈਠੇ। ਉਹ ਦੇਖਿਆ ਨਹੀਂ ਸੀ ਨਿਜਰ ਸਾਹਿਬ, ਉਹ ਕਹਿੰਦੇ ਖੋਤੇ ਨੂੰ ਸ਼ੇਰ ਦੀ ਖੱਲ ਪਾਤੀ ਸੀ। ਤੇ ਉਹ ਡਰੀ ਜਾਣ ਸਾਰੇ ਪਿੰਡ ਵਾਲੇ, ਸ਼ਾਇਦ ਸ਼ੇਰ ਹੀ ਆ ਗਿਆ, ਪਤਾ ਨਹੀਂ। ਬਾਅਦ ਚ ਵੇਖਿਆ ਤੇ ਉਹ ਤੇ ਖੋਤਾ ਸੀ। ਜਦੋਂ ਹਿਨਕਿਆ ਤੇ ਤਦ ਪਤਾ ਲੱਗਿਆ ਉਹਨਾਂ ਨੂੰ। ਹਾਂ, ਤੇ ਇਸੇ ਤਰ੍ਹਾਂ ਇਹ ਵੀ ਜਦੋਂ ਬੋਲਣਗੇ ਤੇ ਤੁਹਾਨੂੰ ਪਤਾ ਤਾਂ ਲੱਗ ਜਾਣਾ ਕਿ ਇਹ ਬੰਦਾ ਅਸਲੀ ਨਹੀਂ ਹੈਗਾ, ਨਕਲੀ ਹੈ। ਪਰ ਉਦੋਂ ਆਪਾਂ ਬੁੱਧੀ ਨੂੰ ਕਹਿੰਦੇ ਨਾ ਇਹ ਨਾ ਸਵਾਲ ਕਰ, ਤੂੰ ਸ਼ੰਕਾ ਨਹੀਂ ਪੈਦਾ ਕਰਨੀ। ਇਹ ਬਾਬਾ ਜੀ ਬਹੁਤ ਪੂਜਨੀय ਹੈ, ਬ੍ਰਹਮ ਗਿਆਨੀ ਹੈਗੇ ਨੇ। ਠੀਕ ਹੈ ਨਿਜਰ ਸਾਹਿਬ, ਬਾਕੀ ਵਿਚਾਰ ਇੱਥੇ। ਹਾਂਜੀ ਵੀਰ ਜੀ, ਬਹੁਤ ਵਧੀਆ ਜੀ। ਪੁਕਾਰ ਤੇ ਸੁਣੀ ਜਾਣੀ ਹੈ, ਤੁਸੀਂ ਪੁਕਾਰਨਾ ਤੇ ਕੰਮ ਹੋ ਗਿਆ ਬਸ। ਪਰ ਪੁਕਾਰ ਦਾ ਕੋਈ ਕਰਮ ਵਾਲਾ ਹੀ ਹੈ ਵਿਚਾਰਾ। ਠੀਕ ਹੈ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ, ਮਿਹਰ ਕਰੋ ਮੇਰੇ ਮਾਲਿਕ। ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ਼ ਕਰੋਗੇ ਤਾਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ ਮੇਰੇ ਮਾਲਿਕ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ। ਮੇਰੇ ਪਿਤਾ ਇੱਕ ਅਰਦਾਸ ਹੈ, ਇੱਕ ਮਾਤਾ ਹੈ, ਉਹਨਾਂ ਦਾ ਸਰੀਰ ਬਹੁਤ ਕਸ਼ਟ ਦੇ ਵਿੱਚ ਹੈ। ਆਪ ਮਿਹਰ ਕਰੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਦੇਹ ਨਿਰੋਗਤਾ ਬਖਸ਼ੋ। ਸਰੀਰ ਦੇ ਵਿੱਚ ਜੋ ਵੀ ਕਸ਼ਟ ਹੈ ਉਹਨੂੰ ਖਤਮ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆ ਸੰਗਤ ਜੀ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ